हेलो दोस्तों, मैं अंकित सिंह राणा स्वागत करदा तुहाडा सारिਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਪੰਜਾਬ ਦੇ ਆਉਣ ਵਾਲੇ ਸਾਰੇ ਪੇਪਰਾਂ ਦੇ ਲਈ ਆਪਾਂ ਨੇ ਪ੍ਰਤਾਪੀ MCQ ਸੀਰੀਜ਼ ਸ਼ੁਰੂ ਕਰੀ ਹੋਈ ਹੈ, ਜਿਹਦੇ ਚ ਆਪਾਂ 30 ਕੁਐਸਚਨ ਪਰ ਡੇ ਡਿਸਕਸ ਕਰਦੇ ਹਾਂ ਓਵਰਆਲ ਜੀਕੇ ਦੇ। ਤੇ ਅੱਜ ਉਸ ਵੀਡੀਓ ਦਾ ਹੈਗਾ, ਅੱਜ ਉਸ ਕਲਾਸ ਦਾ ਹੈਗਾ ਪੰਜਵਾਂ ਭਾਗ, ਤੇ ਆਪਾਂ ਕਰਦੇ ਹਾਂ ਸ਼ੁਰੂ। ਠੀਕ ਹੈ, ਬਾਕੀ ਵੀਡੀਓ ਦੀ PDF ਵਗੈਰਾ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ, ਮੈਂ ਉੱਥੇ ਅਪਲੋਡ ਕਰ ਦਿੰਦਾ। ਜੇ ਟੈਲੀਗ੍ਰਾਮ ਚੈਨਲ ਦੇ ਨਾਲ ਨਹੀਂ ਜੁੜੇ ਹੋਏ ਤਾਂ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜੁਆਇਨ ਕਰ ਲਿਓ। ਠੀਕ ਹੈ, ਇਹ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਟੈਲੀਗ੍ਰਾਮ ਚੈਨਲ ਹੈਗਾ ਬਈ, ਤੇ ਇਹਦਾ ਲਿੰਕ ਵੀ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਹੈਗਾ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ। ਠੀਕ ਹੈ, ਇੱਕ ਵਾਰੀ ਕੋਈ ਡਾਊਟ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਇਹ ਮੇਰਾ ਇੰਸਟਾਗ੍ਰਾਮ ਅਕਾਊਂਟ ਹੈ। ਜੇ ਨਹੀਂ ਯੂਜ਼ ਕਰਦੇ ਇੰਸਟਾਗ੍ਰਾਮ ਤਾਂ ਇਹ ਅਕੈਡਮੀ ਦੇ ਨੰਬਰ ਹੈਗੇ ਆ, ਇੱਥੇ ਮੈਸੇਜ ਕਰ ਸਕਦੇ ਹੋ। ਠੀਕ ਹੈ, ਪਲੇ ਸਟੋਰ ਦੇ ਉੱਤੇ ਐਂਡਰੋਇਡ ਐਪ ਹੈ, ਇਹ ਤੁਸੀਂ ਡਾਊਨਲੋਡ ਕਰ ਲਿਓ ਬਈ ਪ੍ਰਤਾਪ ਅਕੈਡਮੀ ਦੇ ਨਾਂ ਤੋਂ। ਆਈਫੋਨ ਵਾਲਿਆਂ ਵਾਸਤੇ ਇਹ ਐਪ ਹੈਗੀ ਹੈ ਮਾਈ ਇੰਸਟੀਟਿਊਟ, ਤਾਂ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ, ਕਿਉਂਕਿ ਐਪ ਦੇ ਉੱਤੇ ਪੰਜਾਬ ਦੇ ਜਿੰਨੇ ਕੁ ਵੀ ਪੇਪਰ ਹੁੰਦੇ ਆ ਸਾਰਿਆਂ ਵਾਸਤੇ ਕੋਰਸਿਸ ਚੱਲੇ ਹੋਏ ਆ। ਠੀਕ ਹੈ, ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਕੋਰਸ ਹੈ ਜਿਹੜਾ ਉਹ ਜੁਆਇਨ ਕਰ ਸਕਦੇ ਹੋ। ਬਿਲਕੁਲ ਨੋਮੀਨਲ ਫੀਸ ਹੈਗੀ ਹੈ, ਕੋਈ ਬਹੁਤ ਜ਼ਿਆਦਾ ਹਾਈ ਫਾਈ ਫੀਸ ਆਪਣੀ ਨਹੀਂ ਹੈਗੀ ਹੈ। ਠੀਕ ਹੈ, ਇੱਕ ਵਾਰ ਜ਼ਰੂਰ ਦੇਖੋ। ਕਰੀਏ ਫਿਰ ਸਟਾਰਟ। ਹਾਂਜੀ, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸੰਸਥਾ ਨੈਸ਼ਨਲ ਹੈਲਥ ਪ੍ਰੋਫਾਈਲ ਰਿਪੋਰਟ ਤਿਆਰ ਕਰਦੀ ਹੈ? ਤਾਂ ਇੱਕ ਰਿਪੋਰਟ ਹੈ ਜਿਹੜੀ ਪੇਸ਼ ਕਰੀ ਜਾਂਦੀ ਹੈ ਬਈ, ਨੈਸ਼ਨਲ ਹੈਲਥ ਪ੍ਰੋਫਾਈਲ ਰਿਪੋਰਟ। ਨੈਸ਼ਨਲ ਹੈਲਥ ਪ੍ਰੋਫਾਈਲ ਰਿਪੋਰਟ ਬਾਰੇ ਦੱਸਣਾ ਕਿ ਇਸ ਰਿਪੋਰਟ ਨੂੰ ਕਿਹੜੀ ਸੰਸਥਾ ਜਾਰੀ ਕਰਦੀ ਹੈ। ਤਾਂ ਇਸ ਰਿਪੋਰਟ ਨੂੰ ਆਪਣੀ ਜਿਹੜੀ ਸੈਂਟਰਲ ਬਿਊਰੋ ਆਫ ਹੈਲਥ ਇੰਟੈਲੀਜੈਂਸ, ਇਹ ਸੰਸਥਾ ਹੈਗੀ ਹੈ, ਇਹ ਇਸ ਰਿਪੋਰਟ ਨੂੰ ਜਾਰੀ ਕਰਦੀ ਹੈ। ਠੀਕ ਹੈ, ਸੈਂਟਰਲ ਬਿਊਰੋ ਆਫ ਹੈਲਥ ਇੰਟੈਲੀਜੈਂਸ ਇਹ ਜਿਹੜੀ ਸੰਸਥਾ ਹੈਗੀ ਹੈ ਇਸ ਰਿਪੋਰਟ ਨੂੰ ਜਾਰੀ ਕਰਦੀ ਹੈ। ਬਸ ਇੰਨਾ ਕੁ ਯਾਦ ਰੱਖਣਾ ਹੈ। ਠੀਕ ਹੈ, ਨੈਕਸਟ 2001 ਤੋਂ 2011 ਦੇ ਦਹਾਕੇ ਦੌਰਾਨ ਆਬਾਦੀ ਦੀ ਔਸਤ ਵਾਧਾ ਦਰ ਕਿੰਨੀ ਸੀਗੀ? ਔਸਤ ਵਾਧਾ ਦਰ, ਗਰੋਥ ਰੇਟ ਪੁੱਛੀ ਹੈ। ਤੇ ਤੁਹਾਨੂੰ ਪਤਾ ਹੈ ਜਨਗਣਨਾ ਦੇ ਉੱਤੇ ਕੁਐਸਚਨ ਪੰਜਾਬ ਦੇ ਲਾਸਟ ਐਗਜ਼ਾਮ ਜਿੰਨੇ ਵੀ ਹੋਏ ਆ ਸਾਰਿਆਂ ਦੇ ਵਿੱਚ ਪੁੱਛੇ ਗਏ ਸੀ। ਠੀਕ ਹੈ, ਤਾਂ ਜਨਗਣਨਾ ਵਾਲੇ ਕੁਐਸਚਨਾਂ ਨੂੰ ਬਿਲਕੁਲ ਵੀ ਇਗਨੋਰ ਨਹੀਂ ਕਰਨਾ, ਕਹਿਣ ਦਾ ਮਤਲਬ ਇਹ ਹੈ। ਠੀਕ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਗਰੋਥ ਰੇਟ ਹੁੰਦਾ ਕੀ ਹੈ। ਗਰੋਥ ਰੇਟ ਦੇਖੋ, ਇਹਨਾਂ ਨੇ ਪੁੱਛਿਆ 2001 ਤੋਂ 2011 ਦੇ ਦਹਾਕੇ ਦੌਰਾਨ, ਦਹਾਕੇ ਮਤਲਬ 10 ਸਾਲਾਂ ਦਾ। ਤਾਂ 2001 ਦੇ ਵਿੱਚ ਜਿੰਨੀ ਆਬਾਦੀ ਸੀ ਉਹ ਵਧੀ ਹੈ, 2011 ਦੇ ਵਿੱਚ ਨੋਰਮਲ ਜੀ ਗੱਲ ਹੈ ਨਾ, 10 ਸਾਲਾਂ ਦੇ ਵਿੱਚ ਤਾਂ ਜਿੰਨੀ ਆਬਾਦੀ ਵਧੀ ਹੈ 100 ਬੰਦਿਆਂ ਪਿੱਛੇ, ਮੰਨ ਲਓ ਇਹ 2001 ਦੇ ਵਿੱਚ 100 ਬੰਦੇ ਸੀਗੇ, 2011 ਦੇ ਵਿੱਚ ਬੰਦੇ ਹੋ ਗਏ ਆਪਣੇ ਦੇਸ਼ ਦੇ ਵਿੱਚ 120। ਤਾਂ ਗਰੋਥ ਰੇਟ ਕੀ ਹੋਈ ਹੈ ਕਿ 20 ਬੰਦੇ ਵਧੇ ਆ ਬਈ, ਗਰੋਥ ਰੇਟ ਉਹੀ ਹੋਗੀ ਨਾ ਕਿ 20 ਬੰਦੇ ਵਧੇ ਆ ਜਾਂ 20% ਵਧੇ ਆ। ਠੀਕ ਹੈ, ਤਾਂ ਸੇਮ ਉਹੀ ਗੱਲ ਇਹਨਾਂ ਨੇ ਪੁੱਛੀ ਹੈ 2001 ਤੋਂ 2011 ਦੇ ਦਹਾਕੇ ਦੌਰਾਨ ਆਬਾਦੀ ਦੀ ਗਰੋਥ ਰੇਟ ਕਿੰਨੀ ਸੀਗੀ, ਔਸਤ ਦਰ। ਤਾਂ ਉਹਦਾ ਸਹੀ ਆਨਸਰ ਹੈ ਜੀ 17.64। ਠੀਕ ਹੈ, 17.64% ਆਪਣੀ ਗਰੋਥ ਰੇਟ ਹੈ, ਯਾਨੀ ਹਰ 100 ਬੰਦਿਆਂ ਪਿੱਛੇ ਆਪਣੇ ਦੇਸ਼ ਦੇ ਵਿੱਚ ਕਿੰਨੇ ਬੰਦੇ ਹੋ ਗਏ 10 ਸਾਲਾਂ ਬਾਅਦ? 117 ਤੁਸੀਂ ਬੋਲ ਸਕਦੇ ਹੋ। ਠੀਕ ਹੈ, 117 ਬੋਲ ਸਕਦੇ ਹੋ। ਠੀਕ ਹੈ, ਓਕੇ। ਤੇ ਪੰਜਾਬ ਦੀ ਗਰੋਥ ਰੇਟ ਕਿੰਨੀ ਹੈ? ਇਹ ਤਾਂ 2-3 ਵਾਰ ਕੁਐਸਚਨ ਆ ਲਿਆ ਪੰਜਾਬ ਦੇ ਪੇਪਰਾਂ ਦੇ ਵਿੱਚ, ਹਨਾ। ਪੰਜਾਬ ਦੀ ਗਰੋਥ ਰੇਟ ਦੱਸੋ ਜਰਾ ਕਮੈਂਟ ਕਰਕੇ। ਉਸ ਤੋਂ ਬਾਅਦ ਬਈ ਡੈਸ਼ ਇੱਕ ਕਿਸਮ ਦਾ ਸਾਈਬਰ ਕ੍ਰਾਈਮ ਹਮਲਾ ਹੈ। ਠੀਕ ਹੈ, ਇੱਕ ਕਿਸਮ ਦਾ ਸਾਈਬਰ ਕ੍ਰਾਈਮ ਹਮਲਾ ਬਈ ਟੈਕਨੋਲੋਜੀ ਦੇ ਉੱਤੇ ਕੁਐਸਚਨ ਹੈ। ਠੀਕ ਹੈ, ਜਿਸ ਨੂੰ ਸਾਈਬਰ ਅਪਰਾਧੀ ਨੈਟਵਰਕ ਨੂੰ ਹੈਵੀ ਕਰਨ ਦੇ ਲਈ, ਮਤਲਬ ਇਸ ਹਮਲੇ ਦੇ ਵਿੱਚ ਜਿਹੜੇ ਅਪਰਾਧੀ ਹੈਗੇ ਆ, ਜਿਹੜੇ ਵੀ ਅਟੈਕ ਕਰਨ ਵਾਲੇ ਹੈਗੇ ਆ, ਉਹ ਕੀ ਕਰਦੇ ਆ, ਨੈਟਵਰਕ ਨੂੰ ਹੈਵੀ ਕਰਨ ਦੇ ਲਈ ਬੇਮਤਲਬ ਦਾ ਟ੍ਰੈਫਿਕ ਆ ਜਿਹੜਾ ਉਸ ਵੈਬਸਾਈਟ ਦੇ ਉੱਤੇ ਡਾਇਵਰਟ ਕਰ ਦਿੰਦੇ ਆ, ਉਸ ਵੈਬਸਾਈਟ ਨੂੰ ਭਰ ਦਿੰਦੇ ਆ, ਬੇਮਤਲਬ ਦਾ ਹੈਵੀ ਟ੍ਰੈਫਿਕ ਕਰ ਦਿੰਦੇ ਆ ਉੱਥੇ, ਜਿਹੜੇ ਕਿ ਇਸ ਅਟੈਕ ਨੂੰ ਕਰਦੇ ਆ। ਤਾਂ ਇਸ ਅਟੈਕ ਨੂੰ ਕੀ ਕਿਹਾ ਜਾਂਦਾ ਹੈ? ਇਸ ਅਟੈਕ ਨੂੰ ਕਿਹਾ ਜਾਂਦਾ ਹੈ ਡਿਸਟ੍ਰੀਬਿਊਟਡ ਡਿਨਾਈਲ ਆਫ ਸਰਵਿਸ ਅਟੈਕ। ਠੀਕ ਹੈ, ਇਸ ਨੂੰ ਕੀ ਕਿਹਾ ਜਾਂਦਾ ਹੈ? ਡਿਸਟ੍ਰੀਬਿਊਟਡ ਡਿਨਾਈਲ ਆਫ ਸਰਵਿਸ ਅਟੈਕ ਇਸ ਨੂੰ ਕਿਹਾ ਜਾਂਦਾ ਹੈ। ਇੱਕ ਤਰ੍ਹਾਂ ਦਾ ਸਾਈਬਰ ਅਟੈਕ ਹੈਗਾ, ਇਹਨੂੰ ਧਿਆਨ ਨਾਲ ਪੜ੍ਹ ਲਿਓ। ਠੀਕ ਹੈ, ਚਲੋ ਫਿਰ ਨੈਕਸਟ ਕੁਐਸਚਨ ਦੇ ਉੱਤੇ। ਨਵੀਂ ਚੁਣੀ ਹੋਈ ਲੋਕ ਸਭਾ ਦੀ ਬੈਠਕਾਂ ਦੀ ਪ੍ਰਧਾਨਗੀ ਕਰਨ ਲਈ ਸਪੀਕਰ ਪ੍ਰੋ ਟੈਮ ਕੌਣ ਨਿਯੁਕਤ ਕਰਦਾ ਹੈ? ਤਾਂ ਜਦੋਂ ਨਵੀਂ ਲੋਕ ਸਭਾ ਬਣਦੀ ਹੈ, ਪਹਿਲਾ ਦਿਨ ਹੁੰਦਾ ਹੈ ਲੋਕ ਸਭਾ ਦਾ, ਸਾਰੇ ਲੋਕ ਸਭਾ ਦੇ ਮੈਂਬਰ ਲੋਕ ਸਭਾ ਦੇ ਵਿੱਚ ਗਏ ਹੁੰਦੇ ਆ, ਤਾਂ ਉਸ ਟਾਈਮ ਹੁਣ ਸਾਰਿਆਂ ਦੀ ਅਗਵਾਈ ਕਰਨ ਵਾਸਤੇ ਆਪਣੇ ਜਿਹੜੇ ਰਾਸ਼ਟਰਪਤੀ ਹੈਗੇ ਆ, ਰਾਸ਼ਟਰਪਤੀ ਉਹਨਾਂ ਸਾਰੇ ਬੰਦਿਆਂ ਵਿੱਚੋਂ ਇੱਕ ਬੰਦੇ ਨੂੰ ਚੁਣ ਕੇ ਪ੍ਰੋ ਟਾਈਮ ਸਪੀਕਰ ਜਿਹੜਾ ਨਿਯੁਕਤ ਕਰਦਾ ਹੈ। ਠੀਕ ਹੈ, ਉਹਨਾਂ ਵਿੱਚੋਂ ਜਿੰਨੇ ਲੋਕ ਸਭਾ ਦੇ ਨਵੇਂ ਮੈਂਬਰ ਆਏ ਆ, ਠੀਕ ਹੈ ਨਾ, ਜਿੰਨੇ ਵੀ ਲੋਕ ਸਭਾ ਦੇ ਨਵੇਂ ਮੈਂਬਰ ਆਏ ਆ, ਉਹਨਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਕੇ ਹੀ ਪ੍ਰੋ ਟਾਈਮ ਸਪੀਕਰ ਨਿਯੁਕਤ ਕਰੇਗਾ। ਕੌਣ? ਪ੍ਰੈਜ਼ੀਡੈਂਟ ਆਫ ਇੰਡੀਆ। ਪ੍ਰੈਜ਼ੀਡੈਂਟ ਆਫ ਇੰਡੀਆ।
ਪ੍ਰੈਜ਼ੀਡੈਂਟ ਆਫ ਇੰਡੀਆ ਬਈ, ਠੀਕ ਹੈ, ਯਾਦ ਰੱਖਣਾ ਹੈ। ਤੇ ਫਿਰ ਇਸ ਪ੍ਰੋਟੈਮ ਸਪੀਕਰ ਦੀ ਅਗਵਾਈ ਦੇ ਵਿੱਚ ਹੀ ਜਿਹੜੀ ਸ਼ਪਥ ਵਗੈਰਾ ਦਾ ਪ੍ਰੋਗਰਾਮ ਹੁੰਦਾ, ਸ਼ਪਥ ਵਗੈਰਾ ਹੁੰਦੀ ਹੈ, ਤੇ ਆਉਣ ਵਾਲਾ ਜਿਹੜਾ ਸਪੀਕਰ ਹੋਏਗਾ ਲੋਕ ਸਭਾ ਦਾ ਉਸ ਦੇ ਇਲੈਕਸ਼ਨ ਵਗੈਰਾ ਹੁੰਦੇ ਆ। ਫਿਰ ਜਦੋਂ ਨਵਾਂ ਸਪੀਕਰ ਚੁਣ ਲਿਆ ਜਾਂਦਾ ਹੈ, ਫਿਰ ਪ੍ਰੋਟੈਮ ਸਪੀਕਰ ਦਾ ਕੰਮ ਖਤਮ ਹੋ ਜਾਂਦਾ ਹੈ, ਠੀਕ ਹੈ। ਪ੍ਰੋਟੈਮ ਸਪੀਕਰ ਬਸ ਜਦੋਂ ਪਹਿਲਾ ਦਿਨ ਹੁੰਦਾ ਲੋਕ ਸਭਾ ਦਾ ਉਸ ਦਿਨ ਚੁਣਿਆ ਜਾਂਦਾ ਹੈ, ਫਿਰ ਉਸ ਦੀ ਅਗਵਾਈ ਦੇ ਵਿੱਚ ਹੀ ਕੰਮ ਹੁੰਦਾ ਹੈ। ਅਗਲਾ ਸਪੀਕਰ ਜਿਹੜਾ ਮਤਲਬ ਲੋਕ ਸਭਾ ਦਾ ਪਰਮਾਨੈਂਟ ਸਪੀਕਰ ਬਣੇਗਾ, ਹਨਾ, ਪਰਮਾਨੈਂਟ ਸਪੀਕਰ ਬਣੇਗਾ ਜਿਹੜਾ ਕਿ ਅੱਜ ਕੱਲ ਓਮ ਬਿਰਲਾ ਹੈ, ਹਨਾ, 17ਵਾਂ, ਉਸ ਦਾ ਇਲੈਕਸ਼ਨ ਹੋਊਗਾ। ਜਦੋਂ ਉਹ ਚੁਣ ਲਿਆ ਜਾਊਗਾ ਬਈ, ਫਿਰ ਪ੍ਰੋਟੈਮ ਸਪੀਕਰ ਦਾ ਕੰਮ ਖਤਮ ਹੋ ਜਾਏਗਾ, ਠੀਕ ਹੈ। ਬਸ ਸਟਾਰਟਿੰਗ ਦੇ ਵਿੱਚ ਹੀ ਜ਼ਰੂਰਤ ਪੜਦੀ ਹੈ ਪ੍ਰੋਟੈਮ ਸਪੀਕਰ ਦੀ। ਨੈਕਸਟ ਆ ਜਾਓ ਜੀ। ਹਾਂਜੀ, ਬਾਰਿਸ਼ ਨੂੰ ਮਾਪਣ ਵਾਲੇ ਬਾਰਿਸ਼ ਨੂੰ ਮਾਪਣ ਲਈ ਵਰਤਿਆ ਜਾਣ ਵਾਲਾ ਕਿਹੜਾ ਯੰਤਰ ਹੈ ਜੋ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਉੱਪਰ ਇੱਕ ਫਨਲ ਦੇ ਨਾਲ ਮਾਪਣ ਵਾਲੇ ਸਿਲੰਡਰ ਨਾਲ ਦਰਸਾਇਆ ਗਿਆ ਹੈ? ਤਾਂ ਇਹ ਮਾਪਣ ਵਾਲਾ ਸਿਲੰਡਰ ਹੋ ਗਿਆ ਬਈ, ਇਹ ਅੰਦਰ, ਠੀਕ ਹੈ, ਉੱਪਰ ਫਨਲ ਹੋਗੀ। ਇਹ ਕੋਈ ਇੰਸਟਰੂਮੈਂਟ ਹੈ, ਇਸ ਇੰਸਟਰੂਮੈਂਟ ਦਾ ਯੂਜ਼ ਕਰਕੇ ਬਾਰਿਸ਼ ਨਾਪੀ ਜਾਂਦੀ ਹੈ ਕਿ ਕਿੰਨੇ mm ਦੀ ਬਾਰਿਸ਼ ਹੋਈ ਹੈ। ਤਾਂ ਸਿੰਪਲ ਜੀ ਗੱਲ ਹੈ, ਇਸ ਨੂੰ ਆਪਾਂ ਬੋਲਦੇ ਹਾਂ ਰੇਨ ਗੇਜ। ਕੀ ਬੋਲਦੇ ਆ ਇਹਨੂੰ? ਰੇਨ ਗੇਜ ਬੋਲਦੇ ਆ ਬਈ। ਇਹ ਜਿਹੜਾ ਯੰਤਰ ਤੁਸੀਂ ਦੇਖ ਰਹੇ ਹੋ ਇਹ ਹੈਗਾ ਰੇਨ ਗੇਜ। ਇਹਦੀ ਮਦਦ ਦੇ ਨਾਲ ਰੇਨ ਮਾਪੀ ਜਾਂਦੀ ਹੈ ਕਿ ਕਿੰਨੇ mm ਰੇਨ ਪਈ ਹੈ, ਕਿੰਨੀ ਬਾਰਿਸ਼ ਪਈ ਹੈ। ਓਕੇ, ਇਹ ਇੱਥੇ ਇੱਕ ਯੰਤਰ ਇਹ ਲਿਖਿਆ ਹੋਇਆ ਹੈ ਐਨੀਮੋਮੀਟਰ। ਐਨੀਮੋਮੀਟਰ ਇਹ ਵਰਤੀ ਜਾਂਦੀ ਹੈ, ਇਹ ਜਿਹੜਾ ਯੰਤਰ ਹੈ ਇਹ ਵਰਤਿਆ ਜਾਂਦਾ ਹੈ ਵਿੰਡ ਦੀ ਵੈਲੋਸਿਟੀ ਵਾਸਤੇ। ਵਿੰਡ ਯਾਨੀ ਹਵਾ ਦੀ ਵੈਲੋਸਿਟੀ ਯਾਨੀ ਮਤਲਬ ਗਤੀ ਤੁਸੀਂ ਬੋਲ ਸਕਦੇ ਹੋ। ਸਪੀਡ ਆਫ ਵਿੰਡ ਜਾਂ ਸਪੀਡ ਆਫ 에ਅਰ ਨਾਪਣ ਵਾਸਤੇ ਐਨੀਮੋਮੀਟਰ ਆਪਾਂ ਯੂਜ਼ ਕਰਦੇ ਹਾਂ। ਹਵਾ ਦੀ ਗਤੀ ਮਾਪਣ ਵਾਸਤੇ ਲਿਖ ਲਓ ਐਨੀਮੋਮੀਟਰ, ਹਵਾ ਦੀ ਗਤੀ ਨਾਪਣ ਵਾਸਤੇ। ਐਨੀ, ਠੀਕ ਹੈ ਨਾ, ਐਨੀ ਮਤਲਬ ਅੰਨੀ ਮਤਲਬ ਆਂधी ਆ ਜਾਂਦੀ ਹੈ ਜਦੋਂ, ਹਨਾ, ਤਾਂ ਉਹ ਹਵਾ ਕਰਕੇ ਆਉਂਦੀ ਹੈ ਨਾ। ਹਵਾ ਜਦੋਂ ਬਹੁਤ ਤੇਜ਼ ਹੁੰਦੀ ਹੈ ਤਾਂ ਉਹ ਤੇਜ਼ ਕਿੰਨੀ ਹੈ, ਹਨਾ, ਉਹ ਗਤੀ ਨਾਪਣ ਵਾਸਤੇ, ਹਵਾ ਦੀ ਗਤੀ ਨਾਪਣ ਵਾਸਤੇ ਆਪਾਂ ਐਨੀਮੋਮੀਟਰ ਯੂਜ਼ ਕਰਦੇ ਹਾਂ, ਠੀਕ ਹੈ। ਨੈਕਸਟ ਹੈ ਜੀ, ਅਗਲੇ ਕਿਹੜੇ ਸਾਲਾਂ ਵਿੱਚ, ਮਤਲਬ ਇਹ ਹੇਠਾਂ ਦਿੱਤੇ ਲਿਖ ਲਿਓ ਤੁਸੀਂ, ਹੇਠਾਂ ਦਿੱਤੇ ਕਿਹੜੇ ਸਾਲਾਂ ਵਿੱਚ ਯੂਨੈਸਕੋ ਨੇ ਕੁੰਭ ਮੇਲੇ ਨੂੰ ਉਹਨਾਂ ਦੀ ਆਪਣੀ ਇੱਕ ਕੈਟੇਗਰੀ ਹੁੰਦੀ ਹੈ ਇੰਟੈਂਜੀਬਲ। ਅੰਗਰੇਜ਼ੀ ਦਾ ਵਰਡ ਯਾਦ ਰੱਖਿਓ, ਇਹ ਵਰਡ ਜ਼ਰੂਰੀ ਹੈ। ਯੂਨੈਸਕੋ, ਦੇਖੋ ਯੂਨੈਸਕੋ ਸੰਸਥਾ ਬਾਰੇ ਪਤਾ ਤੁਹਾਨੂੰ ਸਾਰਿਆਂ ਨੂੰ। ਯੂਨੈਸਕੋ ਵਰਲਡ ਹੈਰੀਟੇਜ ਸਾਈਟਾਂ ਬਣਾਉਂਦੀ ਹੈ, ਜਿਹੜੇ ਕਿ ਕਿਲੇ ਵਗੈਰਾ ਆਪਣੇ ਹੁੰਦੇ ਆ, ਟੈਂਪਲਸ ਵਗੈਰਾ, ਹਨਾ, ਜਾਂ ਨੈਸ਼ਨਲ ਪਾਰਕਸ ਵਗੈਰਾ, ਇਹਨਾਂ ਨੂੰ ਕੀ ਕਰਦੀ ਹੈ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕਰਦੀ ਹੈ। ਤੇ ਇਹ ਵਰਲਡ ਹੈਰੀਟੇਜ ਸਾਈਟ ਕਿਹੋ ਜਿਹੀ ਹੁੰਦੀ ਹੈ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ, ਉਹ ਟੈਂਜੀਬਲ ਹੁੰਦੀ ਹੈ। ਮੰਨ ਲਓ ਕਿਲਾ ਹੋ ਗਿਆ ਕੋਈ, ਹਨਾ, ਉਹ ਜਾ ਕੇ ਤੁਸੀਂ ਮਤਲਬ ਕਿਲੇ ਨੂੰ ਦੇਖ ਸਕਦੇ ਹੋ, ਸਭ ਕੁਝ, ਹਨਾ, ਜਾਂ ਫਿਰ ਕੋਈ ਚੀਜ਼ ਹੋ ਗਈ, ਹਨਾ, ਉਹ ਸਾਰਾ ਕੁਝ ਹੈ। ਬਟ ਇੱਕ ਹੁੰਦੀ ਹੈ ਇੰਟੈਂਜੀਬਲ ਹੁੰਦੀਆਂ ਚੀਜ਼ਾਂ ਅਜਿਹੀ, ਮਤਲਬ ਜਿਵੇਂ ਕੋਈ ਕਲਾ ਹੋ ਗਈ ਕੋਈ, ਹਨਾ, ਕਿਸੇ ਤਰ੍ਹਾਂ ਦੀ ਕੋਈ ਕਲਾ ਹੋ ਗਈ, ਕੋਈ ਡਾਂਸ ਹੋ ਗਿਆ, ਜਾਂ ਫਿਰ ਕੋਈ ਮੰਤਰ ਵਗੈਰਾ ਹੋ ਗਏ, ਕੋਈ ਯੋਗ ਵਗੈਰਾ ਹੋ ਗਿਆ, ਉਹ ਇੰਟੈਂਜੀਬਲ ਸਾਈਟਾਂ ਹੁੰਦੀਆਂ। ਯੂਨੈਸਕੋ ਜਿਹੜੀ ਵਰਲਡ ਹੈਰੀਟੇਜ ਸਾਈਟਾਂ ਬਣਾਉਂਦੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਟੈਂਜੀਬਲ, ਇੱਕ ਇਨਟੈਂਜੀਬਲ। ਟੈਂਜੀਬਲ ਦੇ ਵਿੱਚ ਆਉਂਦੇ ਆ ਉਹ ਕਿਲੇ ਵਗੈਰਾ, ਤੇ ਇਨਟੈਂਜੀਬਲ ਦੇ ਵਿੱਚ ਆਉਂਦੇ ਆ ਅਜਿਹੀ ਚੀਜ਼ਾਂ ਜਿਵੇਂ ਯੋਗ ਹੋ ਗਿਆ, ਮੇਲੇ ਵਗੈਰਾ ਹੋ ਗਏ, ਡਾਂਸ ਵਗੈਰਾ ਹੋ ਗਿਆ, ਇਹ ਸਾਰਾ ਕੁਝ। ਤਾਂ ਇੰਟੈਂਜੀਬਲ ਦੇ ਵਿੱਚ ਇਹ ਵਰਡ ਯਾਦ ਰੱਖਣਾ, ਇੰਟੈਂਜੀਬਲ ਦੇ ਵਿੱਚ ਕੁੰਭ ਦਾ ਮੇਲਾ ਕਦੋਂ ਸ਼ਾਮਿਲ ਕਰਿਆ ਗਿਆ ਸੀ? ਇਹ ਕਰਿਆ ਗਿਆ ਸੀ 2017 ਦੇ ਵਿੱਚ, ਠੀਕ ਹੈ, 2017 ਦੇ ਵਿੱਚ। ਓਕੇ, ਤੇ ਇੱਕ ਡਾਂਸ ਹੈ ਕਾਲਬੇਲੀਆ ਡਾਂਸ, ਉਹ ਵੀ ਹੈਗਾ ਵੀ ਰਾਜਸਥਾਨ ਦਾ, ਉਹ ਵੀ ਇੰਟੈਂਜੀਬਲ ਲਿਸਟ ਦੇ ਵਿੱਚ ਹੈ। ਆਪਣੇ ਪੰਜਾਬ ਦੀ ਇੱਕ ਕਲਾ ਵੀ ਹੈਗੀ ਹੈ ਬਰਤਨ ਬਣਾਉਣ ਦੀ ਕਲਾ, ਠੀਕ ਹੈ, ਇਹ ਸਰਚ ਕਰਿਓ ਤੁਸੀਂ, ਪੜ੍ਹਿਓ ਇਹਦੇ ਬਾਰੇ, ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿਹੜੇ ਇਲਾਕੇ ਦੀ ਉਹ ਕਲਾ ਹੈਗੀ ਹੈ। ਉਹ ਵੀ ਯੂਨੈਸਕੋ ਦੀ ਇੰਟੈਂਜੀਬਲ ਲਿਸਟ ਦੇ ਵਿੱਚ ਹੈਗੀ ਹੈ, ਠੀਕ ਹੈ, ਬਰਤਨ ਬਣਾਉਣ ਦੀ ਇੱਕ ਕਲਾ ਹੈ। ਨੈਕਸਟ ਹੈ ਜੀ, ਟੈਨ ਉਹਨਾਂ ਸਾਰੇ ਵਿਅਕਤੀਆਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਜੋ ਡੈਸ਼ ਹਨ। ਬਈ ਟੈਨ, ਪਹਿਲੀ ਗੱਲ ਤਾਂ ਟੈਨ ਕੀ ਚੀਜ਼ ਹੈ? ਟੈਨ ਹੁੰਦਾ ਹੈ ਟੈਕਸ, ਡਿਡਕਸ਼ਨ ਜਾਂ ਕਲੈਕਸ਼ਨ ਅਕਾਊਂਟ ਨੰਬਰ, ਠੀਕ ਹੈ। ਟੈਨ ਦਾ ਮਤਲਬ ਕੀ ਹੈ? ਟੈਨ ਦਾ ਮਤਲਬ ਹੈ ਟੈਕਸ, ਡਿਡਕਸ਼ਨ ਜਾਂ ਫਿਰ ਕਲੈਕਸ਼ਨ, ਕੋਈ ਚੱਕਰ ਨਹੀਂ। ਟੈਕਸ, ਡਿਡਕਸ਼ਨ, ਕਲੈਕਸ਼ਨ, ਏ ਤੋਂ ਅਕਾਊਂਟ ਹੋ ਗਿਆ, ਐਨ ਤੋਂ ਨੰਬਰ ਹੋ ਗਿਆ। ਜਿਵੇਂ ਆਪਣੇ ਕੋਲ ਪੈਨ ਨੰਬਰ ਹੁੰਦਾ ਨਾ, ਪੈਨ ਕਾਰਡ ਹੁੰਦਾ ਹੈ, ਪੈਨ ਨੰਬਰ ਹੁੰਦਾ ਹੈ, ਉਦਾਂ ਹੀ ਜਿਹੜੇ ਬੰਦਿਆਂ ਦਾ TDS ਕੱਟਦਾ, ਜਿਹਨਾਂ ਬੰਦਿਆਂ ਦਾ TDS ਕੱਟਦਾ ਹੈ, ਹਨਾ, ਜਿਨ੍ਹਾਂ ਬੰਦਿਆਂ ਦਾ ਕੀ ਕੱਟਦਾ, TDS ਕੱਟਦਾ, ਉਹਨਾਂ ਦਾ ਇੱਕ ਟੈਨ ਨੰਬਰ ਵੀ ਹੁੰਦਾ ਹੈ। ਟੈਨ ਮਤਲਬ ਟੈਕਸ, ਡਿਡਕਸ਼ਨ ਜਾਂ ਕਲੈਕਸ਼ਨ ਅਕਾਊਂਟ ਨੰਬਰ। ਇਹ ਕਿਹਨਾਂ ਵਿਅਕਤੀਆਂ ਦਾ ਹੁੰਦਾ? ਉਹੀ ਪੁੱਛਿਆ ਗਿਆ। ਟੈਨ ਕਿਹਨਾਂ ਵਿਅਕਤੀਆਂ ਦਾ ਹੁੰਦਾ? ਟੈਨ ਉਹਨਾਂ ਵਿਅਕਤੀਆਂ ਦਾ ਹੁੰਦਾ ਵੀ ਜਿਨ੍ਹਾਂ ਦਾ TDS ਕੱਟਦਾ। TDS ਦਾ ਮਤਲਬ ਕੀ ਹੈ? TDS ਦਾ ਮਤਲਬ ਕੀ ਹੈ? ਡਿਡਕਸ਼ਨ ਟੈਕਸ ਐਟ ਸੋਰਸ ਜਾਂ ਟੈਕਸ ਡਿਡਕਸ਼ਨ ਐਟ ਸੋਰਸ, ਠੀਕ ਹੈ, ਇਹ TDS ਦਾ ਮਤਲਬ ਹੈ। ਓਕੇ ਬਈ, ਨੈਕਸਟ ਆ ਜਾਓ।
ਗੁੱਡਸ ਐਂਡ ਸਰਵਿਸ ਟੈਕਸ ਕਾਉਂਸਿਲ ਦਾ ਚੇਅਰਪਰਸਨ ਕੌਣ ਹੈ? ਯਾਨੀ ਜੀਐਸਟੀ ਕਾਉਂਸਿਲ ਜਿਹੜੀ ਹੈਗੀ ਹੈ, ਜੀਐਸਟੀ ਕਾਉਂਸਿਲ ਦਾ ਚੇਅਰਪਰਸਨ ਕੌਣ ਹੈ? ਜੀਐਸਟੀ ਕਾਉਂਸਿਲ ਦਾ ਹੈੱਡ ਕੌਣ ਹੁੰਦਾ ਹੈ? ਆਪਣੇ ਦੇਸ਼ ਦੇ ਵਿੱਚ ਟੈਕਸ ਹੈਗਾ ਇੱਕ ਜੀਐਸਟੀ ਟੈਕਸ, ਠੀਕ ਹੈ। ਜੀਐਸਟੀ ਟੈਕਸ ਨੂੰ ਕੌਣ ਤੈਅ ਕਰਦਾ ਹੈ? ਕੌਣ ਮਤਲਬ ਥੋੜੇ ਟਾਈਮ ਬਾਅਦ ਆਪਾਂ ਜੀਐਸਟੀ ਚੇਂਜ ਕਰਦੇ ਰਹਿੰਦੇ ਆ ਨਾ, ਤਾਂ ਉਹ ਸਾਰਾ ਕੁਝ ਜੀਐਸਟੀ ਕਾਉਂਸਿਲ ਕਰਦੀ ਹੈ। ਉਸ ਜੀਐਸਟੀ ਕਾਉਂਸਿਲ ਦਾ ਹੈੱਡ ਕੌਣ ਹੈ? ਤਾਂ ਉਹ ਹੈਗਾ ਆਪਣੇ ਫਾਈਨੈਂਸ ਮਿਨਿਸਟਰ। ਫਾਈਨੈਂਸ ਮਿਨਿਸਟਰ ਕੇਂਦਰ ਦੇ, ਨਾ ਕਿ ਸਟੇਟਾਂ ਦੇ, ਠੀਕ ਹੈ। ਤੇ ਜੀਐਸਟੀ ਕਾਉਂਸਿਲ ਬਾਰੇ ਕੁਝ ਗਿਣੇ ਚੁਣੇ ਜਿਹੇ ਫੈਕਟ ਦੇਖ ਲਓ ਜਿਹੜੇ ਕਿ ਬਹੁਤ ਹੀ ਜ਼ਿਆਦਾ ਕਾਮਨ ਹੈ, ਪਤਾ ਹੀ ਹੋਣੇ ਚਾਹੀਦੇ ਆ ਹਰ ਬੱਚੇ ਨੂੰ, ਠੀਕ ਹੈ। ਜੀਐਸਟੀ ਨੂੰ ਆਪਣੇ ਸੰਵਿਧਾਨ ਦੇ ਵਿੱਚ ਕਿਹੜੀ ਸੰਸ਼ੋਧਨ ਰਾਹੀਂ ਸ਼ਾਮਿਲ ਕਰਿਆ ਗਿਆ ਸੀ? 121ਵੀਂ ਸੰਸ਼ੋਧਨ ਸੀਗੀ ਬਈ, ਠੀਕ ਹੈ। 2016 ਦੇ ਵਿੱਚ ਨਵਾਂ ਆਰਟੀਕਲ ਜੋੜਿਆ ਗਿਆ ਸੀਗਾ ਜੀਐਸਟੀ ਕਾਉਂਸਿਲ ਦਾ, ਇਹ ਯਾਦ ਰੱਖਣਾ। ਇਹ ਜੀਐਸਟੀ ਕਾਉਂਸਿਲ ਦਾ ਆਰਟੀਕਲ ਹੈ, ਜੀਐਸਟੀ ਕਾਉਂਸਿਲ ਦਾ, ਠੀਕ ਹੈ। ਔਰ ਇਸਨੇ ਰਾਸ਼ਟਰਪਤੀ ਨੂੰ ਪਾਵਰ ਦਈ ਹੈ ਕਿ ਉਹ ਜੀਐਸਟੀ ਕਾਉਂਸਿਲ ਹੈ ਜਿਹੜੀ ਬਣਾ ਸਕਦੇ ਆ, ਠੀਕ ਹੈ। ਫਿਰ ਜੀਐਸਟੀ ਕਾਉਂਸਿਲ ਦੇ ਮੈਂਬਰ ਦੇਖੋ, ਜੀਐਸਟੀ ਕਾਉਂਸਿਲ ਦੇ ਵਿੱਚ ਸੈਂਟਰ ਤੇ ਸਟੇਟ ਦੋਹਾਂ ਦੇ ਮੈਂਬਰ ਹੁੰਦੇ ਆ, ਸੈਂਟਰ ਤੇ ਸਟੇਟ ਦੋਹਾਂ ਦੇ ਮੈਂਬਰ ਹੁੰਦੇ ਆ। ਹੈੱਡ ਕੌਣ ਹੁੰਦਾ? ਚੇਅਰਮੈਨ, ਚੇਅਰਪਰਸਨ ਕੌਣ ਹੁੰਦਾ? ਯੂਨੀਅਨ ਫਾਈਨੈਂਸ ਮਿਨਿਸਟਰ, ਯਾਨੀ ਸੈਂਟਰ ਦਾ ਫਾਈਨੈਂਸ ਮਿਨਿਸਟਰ। ਕੇਂਦਰ ਦਾ ਵਿੱਤ ਮੰਤਰੀ ਹੁੰਦਾ ਹੈ, ਜਿਹੜੀ ਕਿ ਅੱਜ ਕੱਲ ਨਿਰਮਲਾ ਸੀਤਾਰਮਨ ਹੈਗੀ ਹੈ। ਇਸ ਤੋਂ ਇਲਾਵਾ ਸਟੇਟ ਇੰਚਾਰਜ ਹੁੰਦਾ ਹੈ ਰੈਵਨਿਊ ਔਰ ਫਾਈਨਾਂਸ ਦਾ, ਫਾਈਨੈਂਸ ਮਿਨਿਸਟਰ ਫਾਈਨੈਂਸ ਦਾ, ਠੀਕ ਹੈ ਨਾ। ਬਾਕੀ ਹਰ ਸਟੇਟਾਂ ਦੇ ਮੰਤਰੀ ਹੁੰਦੇ ਆ। ਮੇਨ ਗੱਲ ਕੀ ਹੈ? ਚੇਅਰਮੈਨ ਯਾਦ ਰੱਖਣਾ ਹੈ, ਬਸ ਆਰਟੀਕਲ ਯਾਦ ਰੱਖਣਾ ਹੈ, ਅਮੈਂਡਮੈਂਟ ਯਾਦ ਰੱਖਣੀ ਹੈ, ਠੀਕ ਹੈ। ਨੈਕਸਟ ਆ ਜਾਓ। ਭਾਰਤੀ ਸੰਵਿਧਾਨ ਦੇ ਹਵਾਲੇ ਨਾਲ ਭਾਰਤ ਦੇ ਅਟਾਰਨੀ ਜਨਰਲ ਦੇ ਦਫ਼ਤਰ ਦੀ ਮਿਆਦ ਕੀ ਹੈ? ਮਤਲਬ ਜਿਹੜਾ ਅਟਾਰਨੀ ਜਨਰਲ ਹੈਗਾ ਹੈ ਭਾਰਤ ਦਾ, ਉਸ ਦਾ ਆਫਿਸ ਕਿੰਨੇ ਸਾਲ ਦਾ ਹੁੰਦਾ ਹੈ? ਤਾਂ ਪਹਿਲੀ ਗੱਲ ਤਾਂ ਅਟਾਰਨੀ ਜਨਰਲ ਕੀ ਹੁੰਦਾ ਹੈ? ਅਟਾਰਨੀ ਜਨਰਲ ਇੱਕ ਤਰ੍ਹਾਂ ਨਾਲ ਸਰਕਾਰ ਦਾ ਵਕੀਲ ਹੁੰਦਾ ਹੈ, ਸੈਂਟਰ ਗਵਰਨਮੈਂਟ ਦਾ ਵਕੀਲ ਹੁੰਦਾ ਇੱਕ ਤਰ੍ਹਾਂ ਨਾਲ, ਠੀਕ ਹੈ। ਸਰਕਾਰ ਨੂੰ ਕੋਈ ਵੀ ਕਾਨੂੰਨ ਦੇ ਉੱਤੇ ਸਲਾਹ ਵਗੈਰਾ ਦੇਣੀ ਹੈ ਉਹੀ ਦੇਗਾ, ਠੀਕ ਹੈ। ਸਰਕਾਰ ਵੱਲੋਂ ਕੋਰਟ 'ਚ ਜਾਣਾ ਉਹੀ ਜਾਏਗਾ। ਹੁਣ ਤੁਸੀਂ ਸੈਂਟਰ ਗਵਰਨਮੈਂਟ ਤੇ ਕੇਸ ਕਰ ਦੋ, ਹੁਣ ਮੋਦੀ ਥੋੜੀ ਆਊਗਾ ਕੋਰਟ ਦੇ ਵਿੱਚ, ਠੀਕ ਹੈ। ਅਟਾਰਨੀ ਜਨਰਲ ਹੋਏਗਾ ਜਾਂ ਕੋਈ ਵੀ ਮਤਲਬ ਸਰਕਾਰ ਦਾ, ਤਾਂ ਸਾਰਾ ਕੁਝ ਸਲਾਹ ਵਗੈਰਾ ਦੇਣੀ ਹੈ ਅਟਾਰਨੀ ਜਨਰਲ ਦਾ ਕੰਮ ਹੈ, ਸਰਕਾਰ ਦਾ ਇੱਕ ਤਰ੍ਹਾਂ ਦਾ ਵਕੀਲ ਹੁੰਦਾ ਹੈ। ਤੇ ਤੁਹਾਡਾ ਵੀ ਕੋਈ ਨਾ ਕੋਈ ਵਕੀਲ ਹੋਊਗਾ, ਤਾਂ ਤੁਸੀਂ ਵਕੀਲ ਨੂੰ ਕੀ ਫਿਕਸ ਕਰਕੇ ਰੱਖ ਦਿਓ ਕਿ ਹਾਂ ਵੀ ਤੂੰ ਮੇਰੇ 4 ਸਾਲ ਵਾਸਤੇ ਵਕੀਲ ਹੈ, ਤੂੰ ਮੇਰਾ 5 ਸਾਲ ਵਾਸਤੇ ਵਕੀਲ ਹੈ। ਜਦੋਂ ਤੱਕ ਤੁਹਾਨੂੰ ਸਹੀ ਲੱਗਦਾ ਉਦੋਂ ਤੱਕ ਉਹ ਤੁਹਾਡਾ ਵਕੀਲ ਹੁੰਦਾ ਹੈ। ਇਸੇ ਕਰਕੇ ਅਟਾਰਨੀ ਜਨਰਲ ਦਾ ਵੀ ਕੋਈ ਫਿਕਸ ਟਾਈਮ ਨਹੀਂ ਹੁੰਦਾ, ਜਦੋਂ ਤੱਕ ਮਰਜ਼ੀ, ਸਰਕਾਰ ਦੀ ਮਰਜ਼ੀ ਹੈ ਮਤਲਬ, ਠੀਕ ਹੈ ਨਾ। ਨਿਯੁਕਤੀ ਕੌਣ ਕਰਦਾ ਹੈ? ਨਿਯੁਕਤੀ ਰਾਸ਼ਟਰਪਤੀ ਕਰੂਗਾ, ਹਟਾਊਗਾ ਵੀ ਰਾਸ਼ਟਰਪਤੀ, ਠੀਕ ਹੈ। ਆਰਟੀਕਲ ਕੀ ਹੈ ਅਟਾਰਨੀ ਜਨਰਲ ਦਾ? ਅਟਾਰਨੀ ਜਨਰਲ ਦਾ ਆਰਟੀਕਲ ਹੈ ਬਈ 76। ਅਟਾਰਨੀ ਜਨਰਲ ਦਾ ਆਰਟੀਕਲ ਕੀ ਹੈ? 76 ਹੈ, ਠੀਕ ਹੈ। ਫਸਟ ਲਾ ਆਫੀਸਰ ਆਫ ਇੰਡੀਆ ਕਿਹਨੂੰ ਕਹਿੰਦੇ ਆ? ਫਸਟ ਲਾ ਆਫੀਸਰ ਆਫ ਇੰਡੀਆ ਅਟਾਰਨੀ ਜਨਰਲ ਨੂੰ ਹੀ ਕਹਿੰਦੇ ਆ। ਫਸਟ ਲਾ ਆਫੀਸਰ ਆਫ ਇੰਡੀਆ ਕਿਹਨੂੰ ਕਹਿੰਦੇ ਆ? ਅਟਾਰਨੀ ਜਨਰਲ ਆਫ ਇੰਡੀਆ ਨੂੰ ਹੀ ਕਹਿੰਦੇ ਆ। ਯਾਦ ਰੱਖਣਾ, ਇਹ ਪੁੱਛੇ ਗਏ ਕੁਐਸਚਨ ਆ। ਪਹਿਲਾ ਅਟਾਰਨੀ ਜਨਰਲ ਇੰਡੀਆ ਦਾ ਕੌਣ ਸੀਗਾ? ਇੰਡੀਆ ਦਾ ਪਹਿਲਾ ਅਟਾਰਨੀ ਜਨਰਲ ਸੀਗਾ MC ਸੀਤਲਵਾੜ। MC ਸੀਤਲਵਾੜ ਬਈ। ਐਟ ਪ੍ਰੈਜ਼ੈਂਟ ਕੌਣ ਆ? ਇਹ ਤਾਂ ਮੈਨੂੰ ਤੁਸੀਂ ਦੱਸੋਗੇ, ਮੈਂ ਨਹੀਂ ਦੱਸਦਾ। ਐਟ ਪ੍ਰੈਜ਼ੈਂਟ ਅਟਾਰਨੀ ਜਨਰਲ ਕੌਣ ਹੈ, ਯਾਨੀ ਭਾਰਤ ਸਰਕਾਰ ਦਾ ਵਕੀਲ ਕੌਣ ਹੈ, ਉਹ ਤੁਸੀਂ ਮੈਨੂੰ ਦੱਸੋ, ਠੀਕ ਹੈ। ਤੇ ਅਟਾਰਨੀ ਜਨਰਲ, ਜਿਵੇਂ ਸੈਂਟਰ ਦੇ ਵਿੱਚ ਅਟਾਰਨੀ ਜਨਰਲ ਹੁੰਦਾ ਸੈਂਟਰ ਗਵਰਨਮੈਂਟ ਦਾ ਵਕੀਲ, ਉਦਾਂ ਹੀ ਹਰ ਇੱਕ ਸਟੇਟ ਦਾ ਵੀ ਹੁੰਦਾ ਹੈ। ਜਿਵੇਂ ਪੰਜਾਬ ਸਰਕਾਰ ਹੈ, ਇਹਨੂੰ ਵੀ ਤਾਂ ਵਕੀਲ ਚਾਹੀਦਾ ਹੈ, ਤਾਂ ਉਹਨੂੰ ਆਪਾਂ ਐਡਵੋਕੇਟ ਜਨਰਲ ਨਹੀਂ ਬੋਲਾਂਗੇ, ਉਹਨੂੰ ਆਪਾਂ ਅਟਾਰਨੀ ਜਨਰਲ ਨਹੀਂ ਬੋਲਾਂਗੇ, ਉਹਨੂੰ ਆਪਾਂ ਬੋਲਾਂਗੇ ਐਡਵੋਕੇਟ ਜਨਰਲ। ਤਾਂ ਸਟੇਟਾਂ ਕੋਲ ਕੌਣ ਹੁੰਦਾ ਹੈ? ਸਟੇਟਾਂ ਕੋਲ ਹੁੰਦਾ ਹੈ ਐਡਵੋਕੇਟ ਜਨਰਲ, ਠੀਕ ਹੈ ਨਾ। ਤੇ ਸੈਂਟਰ ਕੋਲ ਹੁੰਦਾ ਅਟਾਰਨੀ ਜਨਰਲ, ਠੀਕ ਹੈ, ਓਕੇ। ਨੈਕਸਟ ਆ ਜਾਓ। ਹੇਠਾਂ ਦਿੱਤਿਆਂ ਵਿੱਚੋਂ ਕੌਣ ਏਸ਼ੀਅਨ ਕਲੀਅਰਿੰਗ ਯੂਨੀਅਨ ਦਾ ਮੈਂਬਰ ਹੈ? ਮੈਂਬਰ ਹੈ ਪੁੱਛਿਆ ਇਹਨਾਂ ਨੇ। ਏਸ਼ੀਅਨ ਕਲੀਅਰਿੰਗ ਯੂਨੀਅਨ, ਇੰਡੀਆ ਇਹਦਾ ਮੈਂਬਰ ਹੈ ਬਈ, ਠੀਕ ਹੈ। ਇਹ ਕੋਈ ਜ਼ਿਆਦਾ ਬੜੀ ਕੋਈ ਬਹੁਤ ਫੇਮਸ ਕੋਈ ਸੰਸਥਾ ਨਹੀਂ ਹੈਗੀ, ਬਸ ਯਾਦ ਰੱਖ ਲਿਓ ਬੇਸਿਕ ਜਿਹੇ ਪੁਆਇੰਟ ਇਹਦੇ ਬਾਰੇ। ਜਿਹੜੇ ਆਪਣੇ ਦੇਸ਼ਾਂ ਦੇ ਬੈਂਕ ਹੁੰਦੇ ਆ ਉਹ ਇਹਦੇ ਮੈਂਬਰ ਹੁੰਦੇ ਆ, ਠੀਕ ਹੈ। ਕੋਈ ਆਪਾਂ ਐਗਰੀਮੈਂਟ ਵਗੈਰਾ ਕਰਦੇ ਆ ਦੂਜੇ ਦੇਸ਼ਾਂ ਦੇ ਨਾਲ, ਪੇਮੈਂਟ ਕਲੀਅਰਿੰਗ ਦੇ ਕੋਈ ਇਸ਼ੂ ਵਗੈਰਾ, ਸਾਰਾ ਕੁਝ ਇਹ ਦੇਖਦੇ ਆ, ਠੀਕ ਹੈ ਨਾ। ਏਸ਼ੀਅਨ ਕਲੀਅਰਿੰਗ ਯੂਨੀਅਨ 1974 ਦੇ ਵਿੱਚ ਬਣੀ ਸੀਗੀ। ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਫॉर ਏਸ਼ੀਆ ਐਂਡ ਪੈਸੀਫਿਕ। ਏਸ਼ੀਆ ਐਂਡ ਪੈਸੀਫਿਕ ਮਤਲਬ ਯੂਨਾਈਟਿਡ ਨੇਸ਼ਨ ਦੀ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਜਿਹੜੀ ਸੀਗੀ, ਯੂਨਾਈਟਿਡ ਨੇਸ਼ਨ ਦੀ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਜਿਹੜੀ ਸੀਗੀ ਕਿਹਦੇ ਵਾਸਤੇ? ਏਸ਼ੀਆ ਤੇ ਪੈਸੀਫਿਕ ਵਾਸਤੇ ਉਹਨਾਂ ਨੇ ਬਣਾਈ ਸੀ ਇਹ ਸੰਸਥਾ, ਠੀਕ ਹੈ। ਇਹਦਾ ਹੈੱਡਕੁਆਟਰ ਯਾਦ ਰੱਖ ਲਿਓ ਬਸ, ਤੇਹਰਾਨ ਈਰਾਨ ਦੇ ਵਿੱਚ ਹੈ। ਤੇਹਰਾਨ ਈਰਾਨ ਦੇ ਵਿੱਚ ਹੈ, 74 ਦੇ ਵਿੱਚ ਬਣੀ ਸੀ। ਇਹ ਮੈਂਬਰ ਹੈਗੇ ਆ ਇੰਡੀਆ ਤੇ ਇੰਡੀਆ ਦੇ ਪੜੋਸੀ, ਠੀਕ ਹੈ ਨਾ। ਬਸ ਸਾਰੇ ਦੇ ਸਾਰੇ ਇੰਡੀਆ ਦੇ ਪੜੋਸੀ ਹੀ ਹੈਗੇ ਆ। ਉਹ ਦੇਖ ਲਿਓ ਬਸ, ਚਾਈਨਾ ਨਹੀਂ ਹੈਗਾ, ਚਾਈਨਾ ਨਹੀਂ ਹੈਗਾ ਬਾਈ, ਠੀਕ ਹੈ। ਇਹ ਸਾਰੇ ਮੈਂਬਰ ਇਹਦੇ ਹੈਗੇ ਆ, 9 ਮੈਂਬਰ ਹੈ ਨਾ, ਹਾਂ 9 ਮੈਂਬਰ ਹੈ, ਓਕੇ। ਚਲੋ ਨੈਕਸਟ ਆਓ। ਹੇਠਾਂ ਲਿਖਿਆਂ ਵਿੱਚੋਂ ਕਿਹੜੀ ਕੋਰਲ ਰੀਫ ਦੀ ਇੱਕ ਕਿਸਮ ਹੈ? ਕੋਰਲ ਰੀਫ,
ਪਹਿਲੀ ਗੱਲ ਤਾਂ ਬਈ ਕੋਰਲ ਰੀਫ ਕੀ ਹੁੰਦਾ ਹੈ? ਕੋਰਲ ਰੀਫ ਹੁੰਦੀ ਹੈ ਸਮੁੰਦਰ ਦੇ ਵਿੱਚ, ਤੁਸੀਂ ਐਦਾਂ ਦੇ ਦੇਖਿਆ ਨਾ ਮੂਵੀਜ਼ ਵਗੈਰਾ ਦੇ ਵਿੱਚ, ਟੀਵੀ ਵਗੈਰਾ ਵਿੱਚ ਤੁਸੀਂ ਐਦਾਂ ਦਾ ਕੁਝ ਦੇਖਿਆ ਹੋਣਾ ਕਿ ਹਾਂ ਸਮੁੰਦਰ ਦੇ ਅੰਦਰ ਐਦਾਂ ਦੀ ਕੁਝ ਚੀਜ਼ ਹੁੰਦੀ ਹੈ, ਇਹਨੂੰ ਹੀ ਕੋਰਲ ਰੀਫ ਬੋਲਦੇ ਆ। ਠੀਕ, ਕੀ ਬੋਲਦੇ ਆ ਇਹਨੂੰ? ਕੋਰਲ ਰੀਫ ਬੋਲਦੇ ਆ। ਤੇ ਇਹ ਕੋਰਲ ਰੀਫ ਦੀ ਕਿਸਮਾਂ ਹੁੰਦੀ ਆ ਆਪਣੇ ਇੰਡੀਆ ਦੇ ਵਿੱਚ ਮੇਨਲੀ, ਅਟੋਲ ਹੋ ਗਿਆ, ਫ੍ਰਿੰਜਿੰਗ ਹੋ ਗਿਆ ਜਾਂ ਬੈਰੀਅਰ ਹੋ ਗਿਆ, ਇਹ ਤਿੰਨ ਹੁੰਦੀਆਂ। ਠੀਕ ਹੈ, ਤੇ ਹੁਣ ਆ ਜਾਓ ਕੁਐਸਚਨ ਦੇ ਉੱਤੇ। ਕੋਰਲ ਰੀਫ ਦੀ ਇੱਕ ਕਿਹੜੀ ਕਿਸਮ ਹੈ? ਅਟੋਲ। ਠੀਕ ਹੈ, ਅਟੋਲ ਜਿਹੜੀ ਹੈਗੀ, ਇਹਦਾ ਆਨਸਰ ਕੀ ਹੋ ਗਿਆ? ਅਟੋਲ। ਇਹ ਬਣਦੇ ਕਿੱਦਾਂ ਆ ਕੋਰਲ ਰੀਫ? ਤਾਂ ਕੋਰਲ ਰੀਫ ਜਿਹੜੇ ਬਣਦੇ ਆ ਇੱਕ ਬਹੁਤ ਹੀ ਛੋਟਾ ਪੋਲੀਪਸ, ਇਹਨੂੰ ਆਪਾਂ ਬੋਲਦੇ ਆ ਕੋਰਲ ਵੀ ਲਿਖ ਲਿਓ ਇਹਦੇ ਨਾਂ ਦੇ ਅੱਗੇ। ਠੀਕ ਹੈ, ਕੋਰਲ ਪੋਲੀਪਸ ਤੋਂ ਬਣਦੇ ਆ। ਠੀਕ ਹੈ, ਬਹੁਤ ਸਾਰੇ ਜਦੋਂ ਇਹ ਇਕੱਠੇ ਹੋ ਜਾਂਦੇ ਆ ਫਿਰ ਬਣਦੇ ਆ, ਤੇ ਇਹਨਾਂ ਦਾ ਅਲੱਗ-ਅਲੱਗ ਕਲਰ ਹੁੰਦਾ ਹੈ, ਤੇ ਕਈ ਵਾਰ ਇਹ ਸਮੁੰਦਰ ਤੋਂ ਬਾਹਰ ਵੀ ਦਿਖਦੇ ਆ ਕਿਉਂਕਿ ਇਹਨਾਂ ਦੇ ਉੱਤੇ ਫਿਰ ਗਾਦ ਵਗੈਰਾ ਇਹ ਸਾਰਾ ਕੁਝ ਜੰਮ ਜਾਂਦੀ ਹੈ ਨਾ, ਪੇੜ ਪੌਦੇ ਉਗ ਜਾਂਦੇ ਆ। ਇਹ ਦੇਖੋ, ਇਹ ਹੈਗਾ ਅਟੋਲ। ਠੀਕ ਹੈ, ਇਹ ਕੀ ਚੀਜ਼ ਹੈ? ਇਹ ਅਟੋਲ ਹੈਗਾ ਬਈ, ਟਾਪੂ। ਠੀਕ ਹੈ, ਤੇ ਆਪਣੇ ਇੰਡੀਆ ਦੇ ਵਿੱਚ ਅੰਡੋਮਾਨ ਨਿਕੋਬਾਰ, ਲਕਸ਼ਦੀਪ, ਇੱਥੇ ਸਾਰੀ ਜਗ੍ਹਾ ਤੁਹਾਨੂੰ ਕੀ ਹੈ? ਕੋਰਲ ਰੀਫ ਹੈ ਜਿਹੜੇ ਦੇਖਣ ਨੂੰ ਮਿਲਣਗੇ। ਨੈਕਸਟ ਆ ਜਾਓ। 61ਵੇਂ ਸੰਸ਼ੋਧਨ ਐਕਟ ਤਹਿਤ VOTING ਦੀ ਉਮਰ 21 ਤੋਂ ਘਟਾ ਕੇ 18 ਸਾਲ ਕਦੋਂ ਕੀਤੀ ਗਈ ਹੈ? ਤਾਂ ਇਹ ਕੁਐਸਚਨ ਮੈਂ ਲਾਸਟ ਵੀਡੀਓ ਦੇ ਵਿੱਚ ਵੀ ਕਰਾਇਆ ਸੀ। ਤਾਂ ਇਹ ਜਿਹੜਾ ਐਕਟ ਸੀਗਾ ਇਹ 88 ਹੈ, 1988। ਠੀਕ ਹੈ, ਜਿਹੜਾ ਸੰਸ਼ੋਧਨ ਹੋਇਆ ਸੀ ਜਾਂ ਆਇਆ ਸੀ, ਪਰ ਜਦੋਂ ਲਾਗੂ ਹੋਇਆ ਇਹ ਹੋ ਗਿਆ 89। ਠੀਕ ਹੈ, ਕਿਉਂਕਿ ਆਪਸ਼ਨ ਦੇ ਵਿੱਚ ਤਾਂ 88 ਕਿਤੇ ਹੈ ਹੀ ਨਹੀਂ, ਤਾਂ ਆਪਾਂ ਨੂੰ 89 ਕਰਨਾ ਪਾ। ਠੀਕ ਹੈ, ਸਮਝੋ ਗੱਲ। ਨੈਕਸਟ, ਕਿਹੜੀ ਕਮੇਟੀ ਦੇ ਕਹਿਣ ਤੇ ਵੋਟਿੰਗ ਏਜ ਹੈ ਜਿਹੜੀ ਉਹ ਘਟਾਈ ਗਈ ਸੀ? ਕਿਹੜੀ ਕਮੇਟੀ ਸੀਗੀ? ਲਾਸਟ ਵੀਡੀਓ ਦੇ ਵਿੱਚ ਮੈਂ ਦੱਸੀ ਹੈ, ਤਾਰਕੁੰਡੇ ਕਮੇਟੀ। ਤਾਰਕੁੰਡੇ ਕਮੇਟੀ। ਤੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੁੰਦੇ ਸੀ, ਪਹਿਲਾਂ ਇੱਕ ਹੁੰਦਾ ਸੀ ਇਲੈਕਸ਼ਨ ਕਮਿਸ਼ਨਰ। ਠੀਕ ਹੈ, ਬਾਅਦ ਦੇ ਵਿੱਚ 3 ਕਰੇ ਗਏ ਹੈ, 3 ਇਲੈਕਸ਼ਨ ਕਮਿਸ਼ਨਰ ਹੋ ਗਏ, ਤੇ ਜਿਹੜਾ ਸੀਨੀਅਰ ਹੈ ਉਹਨਾਂ ਦੇ ਵਿੱਚੋਂ ਉਹਨੂੰ ਚੀਫ ਇਲੈਕਸ਼ਨ ਕਮਿਸ਼ਨਰ ਆਪਾਂ ਕਹਾਂਗੇ। ਠੀਕ ਹੈ ਨਾ, ਤਾਂ 3 ਇਹ ਕਿਹਦੇ ਕਹਿਣ ਤੇ ਹੋਏ ਆ? ਇਹ ਵੀ ਤਾਰਕੁੰਡੇ ਕਮੇਟੀ ਦੇ ਕਹਿਣ ਤੇ ਹੋਏ ਸੀਗੇ, ਸੇਮ ਸਨ ਹੈ। ਨੈਕਸਟ ਆ ਜਾਓ। CH3। ਠੀਕ ਹੈ, ਇਹਨੂੰ ਇਦਾਂ ਲਿਖ ਲਿਓ, CH3 CH2OH। ਇਹ ਕਿਹਦਾ ਨਾਂ ਹੈ ਬਈ? ਇਹ ਕਿਹੜੇ ਫਾਰਮੂਲੇ, ਮਤਲਬ ਇਹ ਫਾਰਮੂਲਾ ਕਿਹੜੇ ਮਿਸ਼ਰਣ ਦਾ ਹੈ? ਤਾਂ ਇਹ ਹੈਗਾ ਇਥੇਨੋਲ ਦਾ। ਇਹ ਹੈਗਾ ਆ ਇਥੇਨੋਲ ਦਾ। ਇਥੇਨੋਲ ਨੂੰ ਅੱਜ ਕੱਲ ਆਪਾਂ ਪੈਟਰੋਲ ਦੇ ਵਿੱਚ ਮਿਕਸ ਕਰ ਰਹੇ ਹਾਂ। ਠੀਕ ਹੈ, ਪੈਟਰੋਲ ਦੇ ਵਿੱਚ ਇਹਨੂੰ ਆਪਾਂ ਮਿਕਸ ਕਰ ਰਹੇ ਹਾਂ। ਓਕੇ, ਤੇ ਬਾਕੀ ਦੇਖੋ ਐਸੀਟਿਕ ਐਸਿਡ। ਐਸੀਟਿਕ ਐਸਿਡ ਤੁਹਾਨੂੰ ਕਿੱਥੇ ਮਿਲੂਗਾ? ਜਿਹੜਾ ਆਪਣਾ ਸਿਰਕਾ ਹੁੰਦਾ ਨਾ, ਸਿਰਕਾ ਅਚਾਰ ਵਗੈਰਾ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਸਿਰਕਾ, ਸਿਰਕੇ ਦੇ ਵਿੱਚ ਮਿਲਦਾ ਹੈ ਐਸੀਟਿਕ ਐਸਿਡ। ਠੀਕ ਹੈ, ਸਿਰਕੇ ਦਾ ਨਾਮ ਨਹੀਂ ਹੈਗਾ ਐਸੀਟਿਕ ਐਸਿਡ, ਸਿਰਕੇ ਦਾ ਨਾਮ ਨਹੀਂ ਹੈਗਾ, ਸਿਰਕੇ ਦੇ ਅੰਦਰ ਮਿਲਦਾ ਹੈ ਐਸੀਟਿਕ ਐਸਿਡ। ਠੀਕ ਹੈ, ਸਿਰਕੇ ਦਾ ਨਾਮ ਤਾਂ ਇਥੇਨੋਇਕ ਐਸਿਡ ਹੈ। ਸਿਰਕੇ ਦਾ ਨਾਮ ਕੀ ਹੈ? ਇਥੇਨੋਇਕ ਐਸਿਡ। ਸਿਰਕੇ ਦਾ ਨਾਮ ਇਥੇਨੋਇਕ ਐਸਿਡ ਹੈ, ਸਿਰਕੇ ਦੇ ਅੰਦਰ ਐਸੀਟਿਕ ਐਸਿਡ ਮਿਲਦਾ ਹੈ। ਠੀਕ ਹੈ, ਮਿਥੇਨ ਗੈਸ ਹੈ CH4, ਪਤਾ ਹੈ ਨਾ ਇਹਦਾ ਸੂਤਰ ਕੀ ਹੈ? CH4 ਹੈ, ਤੇ ਸਭ ਤੋਂ ਖਤਰਨਾਕ ਗ੍ਰੀਨ ਹਾਊਸ ਗੈਸ ਇਹੀ ਹੈ। CNG ਦੇ ਵਿੱਚ ਵੀ ਅੱਛਾ ਇਹੀ ਹੁੰਦੀ ਹੈ। ਠੀਕ ਹੈ, ਤੇ ਕਲੋਰੋਫਾਰਮ ਤੁਹਾਨੂੰ ਪਤਾ ਹੈ ਉਹ ਐਨੀਥੇਸੀਆ ਵਾਸਤੇ ਯੂਜ਼ ਕਰਦੇ ਆ ਕਲੋਰੋਫਾਰਮ ਨੂੰ, ਹਨਾ। ਬਾਕੀ ਇਹਨਾਂ ਦੇ ਵੀ ਫਾਰਮੂਲੇ ਤੁਸੀਂ ਯਾਦ ਰੱਖ ਲਿਓ। ਐਸੀਟਿਕ ਐਸਿਡ ਦਾ ਫਾਰਮੂਲਾ CH3COOH ਹੋ ਗਿਆ, ਕਲੋਰੋਫਾਰਮ ਦਾ CHCl3 ਹੋ ਗਿਆ, ਤੇ ਮਿਥੇਨ ਦਾ CH4 ਹੋ ਗਿਆ। ਚਲਿਏ ਫਿਰ ਅੱਗੇ। ਨੈਕਸਟ ਆ ਜਾਓ। ਪੈਟਰੋਲੀਅਮ ਵਿੱਚ ਹੇਠ ਲਿਖੇ ਮਿਸ਼ਰਣਾਂ ਵਿੱਚੋਂ ਕਿਹੜਾ ਮਿਸ਼ਰਣ ਅੰਦਰੂਨੀ ਕੰਬਸ਼ਨ ਇੰਜਨਾਂ ਅਤੇ ਰਿਫਾਈਨਰੀਆਂ ਦੇ ਹਿੱਸੇ ਨੂੰ ਖੋਰ ਦਾ ਕਾਰਨ ਬਣਦਾ ਹੈ? ਮਤਲਬ ਪੈਟਰੋਲੀਅਮ ਜਿਹੜਾ ਹੈਗਾ ਵੀ ਦੇਖੋ, ਜਿਹੜਾ ਕਰੂਡ ਆਇਲ ਹੁੰਦਾ ਹੈ ਨਾ, ਉਹਦੇ ਤੋਂ ਹੀ ਆਪਾਂ ਉਹਨੂੰ ਰਿਫਾਈਨ ਕਰਕੇ ਸਾਫ਼ ਕਰਕੇ ਉਹਦੇ ਚੋਂ ਹੀ ਆਪਾਂ ਪੈਟਰੋਲ, ਡੀਜ਼ਲ ਜਾਂ ਜਿਹੜਾ ਮਿੱਟੀ ਦਾ ਤੇਲ ਵਗੈਰਾ, ਵੈਸਲੀਨ ਵਗੈਰਾ, ਤਾਰਕੋਲ ਵਗੈਰਾ ਸਾਰਾ ਉਹਦੇ ਚੋਂ ਹੀ ਕੱਢਦੇ ਆਪਾਂ ਕਰੂਡ ਆਇਲ ਚੋਂ। ਠੀਕ ਹੈ, ਤਾਂ ਉਹਦੇ ਚ ਇੱਕ ਚੀਜ਼ ਹੁੰਦੀ ਹੈ ਜਿਹੜੀ ਕਿ ਕੰਬਸ਼ਨ ਇੰਜਨ ਹੋ ਗਏ, ਰਿਫਾਈਨਰੀਆਂ ਦੇ ਹਿੱਸੇ ਹੋ ਗਏ, ਉਹਨਾਂ ਨੂੰ ਖੋਰ ਦਿੰਦੀ ਹੈ। ਉਹ ਕੀ ਚੀਜ਼ ਹੈ? ਉਸ ਪੈਟਰੋਲੀਅਮ ਦੇ ਵਿੱਚ ਹੁੰਦਾ ਸਲਫਰ। ਠੀਕ ਹੈ, ਕੀ ਹੁੰਦਾ? ਸਲਫਰ ਹੈ ਜਿਹੜਾ ਕਿ ਖੋਰ ਦਾ ਕਾਰਨ ਬਣਦਾ ਹੈ। ਯਾਦ ਰੱਖਣਾ ਹੈ, ਇਹ ਸਲਫਰ ਨੂੰ ਆਪਾਂ ਫਿਰ ਰਿਮੂਵ ਕਰ ਦਿੰਦੇ ਆ। ਰਿਮੂਵ ਕਾਦੇ ਨਾਲ ਕਰਦੇ ਆ? ਕੀ ਚੀਜ਼ ਵਰਤਦੇ ਆਪਾਂ ਵਰਤਦੇ ਆ ਸਲਫਿਊਰਿਕ ਐਸਿਡ। ਕੀ ਵਰਤਦੇ ਆ? ਸਲਫਿਊਰਿਕ ਐਸਿਡ, ਯਾਨੀ H2SO4 ਦੀ ਮੈਂ ਗੱਲ ਕਰ ਰਿਹਾ। ਸਲਫਿਊਰਿਕ ਐਸਿਡ ਯਾਨੀ H2SO4, ਇਹਦਾ ਇਸਤੇਮਾਲ ਕਰਕੇ ਆਪਾਂ ਸਲਫਰ ਨੂੰ ਕੀ ਕਰ ਦਿੰਦੇ ਆ? ਰਿਮੂਵ ਕਰ ਦਿੰਦੇ ਆ, ਰਿਫਾਈਨ ਕਰਦੇ ਆ ਆਪਾਂ ਪੈਟਰੋਲ ਨੂੰ। ਡਨ ਬਈ, ਚਲੋ ਫਿਰ ਅੱਗੇ। 2011 ਦੀ ਮਰਦਸ਼ੁਮਾਰੀ ਅਨੁਸਾਰ ਕੁੱਲ ਜਨਸੰਖਿਆ ਦੇ ਅਨੁਸਾਰ ਭਾਰਤ ਵਿੱਚ ਦੇਸ਼ ਦੀ ਕੁੱਲ ਬਾਲ ਆਬਾਦੀ ਵਿੱਚ ਪੇਂਡੂ ਬਾਲ ਆਬਾਦੀ ਦਾ ਕਿੰਨਾ ਪ੍ਰਤੀਸ਼ਤ ਹੈ?
ਠੀਕ ਹੈ, ਮਤਲਬ 2011 ਦੇ ਵਿੱਚ ਟੋਟਲ ਜਿੰਨੀ ਆਬਾਦੀ ਸੀਗੀ ਉਹਦੇ ਵਿੱਚੋਂ ਬੱਚਿਆਂ ਦੀ ਆਬਾਦੀ, ਠੀਕ ਹੈ, ਤੇ ਉਨ ਬੱਚਿਆਂ ਦੀ ਆਬਾਦੀ ਵਿੱਚੋਂ ਪੇਂਡੂ ਬੱਚਿਆਂ ਦੀ ਆਬਾਦੀ ਕਿੰਨੀ ਸੀਗੀ, ਪੇਂਡੂ ਬੱਚਿਆਂ ਦੀ ਆਬਾਦੀ, ਤਾਂ ਇਹਦਾ ਫਿਰ ਰਾਈਟ ਆਨਸਰ ਹੈਗਾ 74.05%। ਠੀਕ ਹੈ ਨਾ, ਯਾਨੀ ਆਪਣੇ ਦੇਸ਼ ਦੇ ਵਿੱਚ ਜਿੰਨੀ ਆਬਾਦੀ ਬੱਚਿਆਂ ਦੀ ਹੈਗੀ ਹੈ ਉਨੀ ਆਬਾਦੀ ਵਿੱਚੋਂ 74% ਬੱਚਾ ਪੇਂਡੂ ਹੈ, ਬਾਕੀ ਬੱਚਾ ਸ਼ਹਿਰੀ ਹੈ। ਠੀਕ ਹੈ, ਇਹ ਯਾਦ ਰੱਖਣਾ। ਨੈਕਸਟ ਹੈ ਜੀ ਕੋਡੇਟਸ, ਅੰਗਰੇਜ਼ੀ ਚ ਪੜ੍ਹੀਏ ਉਸ ਕੁਐਸਚਨ ਨੂੰ। ਕੋਡੇਟਸ ਦੇ ਸੰਬੰਧ ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਪਹਿਲੀ ਗੱਲ ਤਾਂ ਕੋਡੇਟਸ ਕੀ ਹੁੰਦੇ ਆ? ਕੋਡੇਟਾ ਚਾਹੇ ਐਸ ਹਟਾ ਲਿਓ ਤੁਸੀਂ, ਇਹ ਲਿਖ ਲਿਓ ਉੱਤੇ ਕੋਡੇਟਾ। ਇਹ ਕੀ ਹੁੰਦੇ ਆ? ਇਹ ਜਾਨਵਰਾਂ ਦੇ ਇੱਕ ਸਮੂਹ ਹੈ, ਠੀਕ ਹੈ ਨਾ, ਐਨੀਮਲਸ ਦਾ ਕੀ ਹੈ? ਇੱਕ ਤਰ੍ਹਾਂ ਦਾ ਸਮੂਹ ਹੈ। ਜਿਵੇਂ ਤੁਸੀਂ ਸੁਣਿਆ ਹੋਣਾ ਹੈ ਨਾ, ਮੈਮਲਸ ਵਗੈਰਾ ਆਪਾਂ ਸੁਣਦੇ ਆ, ਵਰਟੀਬ੍ਰੇਟਸ ਵਾਲੇ ਜਾਨਵਰ ਸੁਣਦੇ ਆ ਜਾਂ ਫੀਸਿਸ ਸੁਣਦੇ ਆ, ਠੀਕ ਹੈ, ਉਦਾਂ ਹੀ ਕੀ ਹੈ ਕੋਡੇਟਸ ਵੀ ਕੀ ਹੈ? ਜਾਨਵਰਾਂ ਦਾ ਇੱਕ ਸਮੂਹ ਹੈ। ਤੇ ਉਹਨਾਂ ਦੀ ਕਿਹੜੀ ਖਾਸੀਅਤ ਇਹਨਾਂ ਵਿੱਚੋਂ ਸਹੀ ਹੈ? ਮਤਲਬ ਇਹ ਚਾਰ ਸਟੇਟਮੈਂਟਾਂ ਲਿਖੀਆਂ ਹੋਈਆਂ, ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਉਹਨਾਂ ਦੇ ਨਾਲ ਰਿਲੇਟਡ ਹੈ? ਤਾਂ ਪਹਿਲੀ ਸਟੇਟਮੈਂਟ ਜਿਹੜੀ ਹੈਗੀ ਇਹ ਬਿਲਕੁਲ ਕਰੈਕਟ ਹੈ। ਉਹਨਾਂ ਦੇ ਵਿੱਚ ਨੋਟ ਕਾਰਡ ਹੁੰਦਾ ਹੈ, ਨੋਟ ਕੋਡ ਸੌਰੀ, ਠੀਕ ਹੈ ਨਾ, ਨੋਟ ਕੋਡ ਹੁੰਦਾ। ਇਹ ਕੀ ਹੁੰਦਾ ਨੋਟ ਕੋਡ? ਇੱਕ ਤਰ੍ਹਾਂ ਦੀ ਹੱਡੀ ਹੁੰਦੀ ਹੈ ਜਿਹੜੀ ਪੂਰੀ ਦੀ ਪੂਰੀ ਬੋਡੀ ਨੂੰ ਉਹਨਾਂ ਦੀ ਸਪੋਰਟ ਕਰਦੀ ਹੈ। ਠੀਕ ਹੈ, ਮੰਨ ਲਓ ਇਹ ਕੋਈ ਵੀ ਇਹ ਕੋਰਡੇਟ ਕੋਈ ਐਨੀਮਲ ਹੋ ਗਿਆ, ਠੀਕ ਹੈ, ਇਹਦੇ ਚ ਪੂਰੇ ਦੇ ਵਿੱਚ ਇੱਕ ਹੱਡੀ ਹੋਊਗੀ ਜਿਹੜੀ ਕਿ ਉਸ ਨੂੰ ਕੀ ਕਰੂਗੀ? ਸਪੋਰਟ ਕਰਕੇ ਰੱਖੂਗੀ। ਠੀਕ ਹੈ, ਤਾਂ ਇਹ ਕੀ ਹੋ ਗਿਆ? ਇਹ ਨੋਟੋਕੋਡ ਹੋ ਗਿਆ ਇੱਕ ਤਰ੍ਹਾਂ ਦਾ। ਓਕੇ, ਜਿਵੇਂ ਮਾਨਵ ਦੇ ਸਰੀਰ ਦੇ ਵਿੱਚ ਰੀੜ ਦੀ ਹੱਡੀ ਹੁੰਦੀ ਹੈ, ਪਰ ਮਾਨਵ ਕੋਡੇਟਾ ਚ ਨਹੀਂ ਆਂਦਾ ਕਦੇ, ਇਹਨੂੰ ਕੋਡੇਟਾ ਤੁਸੀਂ ਕਹਿ ਲਓ। ਠੀਕ ਹੈ, ਜਿਵੇਂ ਹੱਡੀ ਹੁੰਦੀ ਹੈ ਪੂਰੀ ਦੀ ਪੂਰੀ ਨੂੰ ਸਪੋਰਟ ਕਰਕੇ ਰੱਖਦੀ ਹੈ ਨਾ ਪੂਰੀ ਬੋਡੀ ਨੂੰ, ਤਾਂ ਇਹ ਕੋਡੇਟਾ ਚ ਹੁੰਦੀ ਹੈ। ਓਕੇ, ਤੇ ਬਾਕੀ ਕਦੇ ਬਾਇਓਲੋਜੀ ਪੜਾਂਗੇ ਤਾਂ ਇਹ ਕਲੀਅਰ ਹੋਊਗੀ ਚੀਜ਼ਾਂ। ਠੀਕ ਹੈ, ਨੈਕਸਟ ਹੈ ਜੀ ਗੰਦੇ ਪਾਣੀ ਦੇ ਇਲਾਜ, ਟ੍ਰੀਟਮੈਂਟ ਵਰਡ ਇੱਥੇ ਸਹੀ ਹੈ। ਗੰਦੇ ਪਾਣੀ ਦੇ ਟ੍ਰੀਟਮੈਂਟ ਦੀ ਪ੍ਰਕਿਰਿਆ ਨੂੰ ਆਮ ਤੌਰ ਤੇ ਡੈਸ਼ ਟ੍ਰੀਟਮੈਂਟ ਕਿਹਾ ਜਾਂਦਾ ਹੈ, ਤਾਂ ਸੀਵੇਜ ਟ੍ਰੀਟਮੈਂਟ। ਠੀਕ ਹੈ, ਸੀਵੇਜ ਟ੍ਰੀਟਮੈਂਟ ਕਿਹਾ ਜਾਂਦਾ ਹੈ। ਜਿਹੜਾ ਗੰਦਾ ਪਾਣੀ ਹੁੰਦਾ ਹੈ, ਇੰਡਸਟਰੀਆਂ ਤੋਂ ਗੰਦਾ ਪਾਣੀ ਨਿਕਲਦਾ ਹੈ, ਉਸ ਨੂੰ ਉਹ ਟ੍ਰੀਟਮੈਂਟ ਕਰਕੇ, ਸੀਵੇਜ ਟ੍ਰੀਟਮੈਂਟ ਕਰਕੇ ਉਸ ਨੂੰ ਉਹ ਕਰਦੇ ਆ, ਠੀਕ ਹੈ ਨਾ, ਫਿਰ ਯੂਜ਼ ਕਰਦੇ ਆ, ਭੇਡਾਂ ਵਗੈਰਾ ਚ ਦੇ ਦਿੰਦੇ ਆ। ਠੀਕ ਹੈ, ਤਾਂ ਉਹਨੂੰ ਏਟੀਪੀ ਵੀ ਬੋਲਦੇ ਆ ਇੰਡਸਟਰੀ ਵਗੈਰਾ ਚ। ਐਫਲੂਐਂਟ ਟ੍ਰੀਟਮੈਂਟ ਪਲਾਂਟ, ਠੀਕ ਹੈ, ਉਹ ਵੀ ਆਪਾਂ ਬੋਲ ਸਕਦੇ ਹਾਂ ਐਫਲੂਐਂਟ ਟ੍ਰੀਟਮੈਂਟ ਪਲਾਂਟ। ਠੀਕ ਹੈ, ਤੇ ਪਿੰਡਾਂ ਵਗੈਰਾ ਚ ਜਾਂ ਸ਼ਹਿਰਾਂ ਚ ਲੱਗਿਆ ਹੋਇਆ ਹੁੰਦਾ ਸੀਵੇਜ ਟ੍ਰੀਟਮੈਂਟ ਪਲਾਂਟ। ਜਿਹੜੀ ਸ਼ਹਿਰਾਂ ਦੀ ਜਾਂ ਪਿੰਡਾਂ ਦੀ ਸੀਵੇਜ ਹੁੰਦੀ ਹੈ ਉਹ ਸਾਰੀ ਇਕੱਠੀ ਹੁੰਦੀ ਹੈ ਉਸ ਪਲਾਂਟ ਦੇ ਵਿੱਚ, ਫਿਰ ਉਸਨੂੰ ਕੀ ਕਰਿਆ ਜਾਂਦਾ? ਸਾਫ਼ ਕਰਕੇ ਉਸ ਨੂੰ ਮੈਦਾਨ ਦੇ ਵਿੱਚ ਜਾਂ ਕਿਸੇ ਤਲਾਬ ਵਗੈਰਾ ਚ ਛੱਡ ਦਿੰਦੇ ਆ। ਉਹ ਪਾਣੀ ਮਤਲਬ ਹਾਨੀਕਾਰਕ ਨਹੀਂ ਹੁੰਦਾ, ਮਤਲਬ ਪੀਣ ਲਾਇਕ ਤਾਂ ਨਹੀਂ ਹੁੰਦਾ, ਬਟ ਉਹ ਬਹੁਤ ਜ਼ਿਆਦਾ ਖਰਾਬ ਨਹੀਂ ਹੁੰਦਾ, ਉਹ ਪੇੜ ਪੌਦਿਆਂ ਨੂੰ ਆਪਾਂ ਦੇ ਸਕਦੇ ਹਾਂ। ਠੀਕ ਹੈ, ਨੈਕਸਟ ਹੈ ਜੀ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਤੇ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਾ ਜਾਂ ਕਰਨ ਵਾਲਾ ਸਭ ਤੋਂ ਛੋਟਾ ਪਰਕਿਸਨਿਸਟ ਕੌਣ ਹੈ? ਪਰਕਿਸਨਿਸਟ ਕੌਣ ਹੈ? ਤਾਂ ਪਹਿਲੀ ਗੱਲ ਤਾਂ ਇਹ ਪਰਕਿਸਨਿਸਟ ਹੁੰਦਾ ਕੌਣ ਹੈ? ਤਾਂ ਇਹ ਜਿੰਨੇ ਤੁਸੀਂ ਯੰਤਰ ਦੇਖ ਰਹੇ ਹੋ ਨਾ, ਇਹ ਸਾਰਾ ਦੇ ਇਨ ਸਾਰਿਆਂ ਨੂੰ ਮਤਲਬ ਯੂਜ਼ ਕਰਨ ਵਾਲਾ, ਇਨ ਸਾਰਿਆਂ ਨੂੰ ਵਜਾਉਣ ਵਾਲਾ ਇੱਕ ਤਰ੍ਹਾਂ ਨਾਲ। ਠੀਕ ਹੈ, ਉਸ ਨੂੰ ਆਪਾਂ ਪਰਕਿਸਨਿਸਟ ਬੋਲਦੇ ਆ। ਠੀਕ ਹੈ, ਕਿਉਂਕਿ ਇਹ ਸਾਰੇ ਇੰਸਟਰੂਮੈਂਟ ਕਿਹੜੇ ਆ? ਇਹ ਸਾਰੇ ਇੰਸਟਰੂਮੈਂਟਸ ਨੂੰ ਆਪਾਂ ਬੋਲਦੇ ਆ ਪਰਕਿਸ਼ਨ। ਠੀਕ ਹੈ ਨਾ, ਇਹ ਪਰਕਿਸ਼ਨਸ ਨੂੰ ਵਜਾਉਣ ਵਾਲਾ ਪਰਕਿਸ਼ਨਿਸਟ ਹੋ ਗਿਆ। ਠੀਕ ਹੈ, ਕੌਣ ਹੈ ਬਈ? ਉਹ ਹੈ ਜ਼ਾਕਿਰ ਹੁਸੈਨ। ਕੌਣ ਹੈ? ਜ਼ਾਕਿਰ ਹੁਸੈਨ। ਬਹੁਤ ਹੀ ਵੱਡੇ ਜਿਹੜੇ ਆਪਣੇ ਦੇਸ਼ ਦੇ ਇਹਨਾਂ ਦੇ ਪਰਕਿਸ਼ਨਿਸਟ ਹੋਏ ਆ, ਉਹਨਾਂ ਦੇ ਵਿੱਚੋਂ ਸਭ ਤੋਂ ਉੱਪਰ ਇਹਨਾਂ ਦਾ ਨਾਮ ਆਊਗਾ ਵੀ ਜ਼ਾਕਿਰ ਹੁਸੈਨ ਦਾ। ਤੇ ਤੁਹਾਨੂੰ ਸਾਰਿਆਂ ਨੂੰ ਆਲਰੇਡੀ ਪਤਾ ਹੀ ਹੋਣਾ ਕਿ ਇਹ ਕਿਹੜਾ ਯੰਤਰ ਹੈ, ਜਿਹੜਾ ਕਿਹੜਾ ਮਿਊਜ਼ੀਕਲ ਇੰਸਟਰੂਮੈਂਟ ਹੈ ਜਿਹੜੇ ਵਜਾਉਂਦੇ ਸੀਗੇ। ਠੀਕ ਹੈ, ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ। ਤੇ ਇਹ ਸਭ ਤੋਂ ਘੱਟ ਉਮਰ ਦੇ ਪਦਮ ਸ਼੍ਰੀ ਤੇ ਪਦਮ ਭੂਸ਼ਣ ਪ੍ਰਾਪਤ ਕਰਤਾ ਸੀਗੇ। ਸਭ ਤੋਂ ਘੱਟ ਉਮਰ ਦੇ ਵਿੱਚ ਇਹਨਾਂ ਨੂੰ ਪਦਮ ਸ਼੍ਰੀ ਤੇ ਪਦਮ ਭੂਸ਼ਣ ਹੈ ਮਿਲਿਆ ਹੋਇਆ, ਯਾਦ ਰੱਖਣਾ। ਨੈਕਸਟ ਹੈਡਰ ਸ਼ਬਦ ਹੇਠ ਲਿਖੀ ਖੇਡਾਂ ਵਿੱਚੋਂ ਕਿਸ ਨਾਲ ਜੁੜਿਆ ਹੋਇਆ ਹੈ? ਗੇਮਸ ਦੇ ਉੱਤੇ ਵੀ, ਸਪੋਰਟਸ ਦੇ ਉੱਤੇ ਕੁਐਸਚਨ ਆ ਜਾਂਦੇ ਆ ਕਿ ਇਹ ਸ਼ਬਦ ਕਿਹੜੀ ਗੇਮ ਨਾਲ ਜੁੜਿਆ ਹੋਇਆ, ਇਹ ਸ਼ਬਦ ਕਿਹੜੀ ਗੇਮ ਨਾਲ ਜੁੜਿਆ ਹੋਇਆ? ਤਾਂ ਹੈਡਰ ਸ਼ਬਦ ਬਈ ਫੁੱਟਬਾਲ ਦੇ ਨਾਲ ਜੁੜਿਆ ਹੋਇਆ। ਤੇ ਥੋੜੇ ਟਾਈਮ ਪਹਿਲਾਂ ਫੁੱਟਬਾਲ ਦਾ ਵਰਲਡ ਕੱਪ ਹੋ ਕੇ ਹਟਿਆ ਬਈ। ਫੁੱਟਬਾਲ ਦੇ ਵਰਲਡ ਕੱਪ ਦੇ ਉੱਤੇ ਡੈਫੀਨੇਟਲੀ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗਾ। ਇਹ ਕੁਐਸਚਨ ਜਿੰਨੇ ਹੋ ਸਕਦੇ ਆ ਫੁੱਟਬਾਲ ਦੇ ਵਰਲਡ ਕੱਪ ਵਾਲੇ ਯਾਦ ਕਰ ਲਿਓ ਕਿ ਕਿਹੜਾ ਵਰਲਡ ਕੱਪ ਸੀਗਾ, ਇਹ ਕਿਵੇਂ ਨੰਬਰ ਦਾ ਵਰਲਡ ਕੱਪ ਸੀ, ਕਿਹੜੇ ਦੇਸ਼ ਦੇ ਵਿੱਚ ਹੋਇਆ। ਠੀਕ ਹੈ, ਜੇਤੂ ਟੀਮ ਕਿਹੜੀ ਰਹੀ ਹੈ, ਕਿਹੜੀ ਕੌਣ ਉਹਦਾ ਕੈਪਟਨ ਸੀਗਾ, ਕਿਹਨੂੰ 골ਡਨ ਬੂਟ ਮਿਲਿਆ, ਕਿਹਨੂੰ 골ਡਨ ਗਲੋਬ ਅਵਾਰਡ ਮਿਲਿਆ, ਇਹ ਸਾਰੇ ਯਾਦ ਰੱਖਣੇ ਆ। ਠੀਕ ਹੈ, ਹਾਂਜੀ ਦ ਗ੍ਰੇਟ ਇੰਡੀਅਨ ਨਾਵਲ, ਬਸ ਸਿੰਪਲ ਆ ਜਾਓ। ਦ ਗ੍ਰੇਟ ਇੰਡੀਅਨ ਨਾਵਲ, ਸਿੰਪਲ। ਦ ਗ੍ਰੇਟ ਇੰਡੀਅਨ ਨਾਵਲ ਕੀ ਹੈ? ਕੁਛ ਨਹੀਂ, ਬਸ
ਨਾ ਸੁਣਦੇ ਤੁਹਾਨੂੰ शशि थरूर आ जाना चाहिए याद। ग्रेट इंडियन नॉवल किने लिखी हुई है? शशि थरूर ने लिखी हुई है। ਇਹਦੇ ਚ ਇਹਨੇ ਇੰਡੀਆ ਦੀ ਜਿਹੜੀ ਫਰੀडम ਸਟਰਗਲ ਹੈ ਉਹਦਾ ਜ਼ਿਕਰ ਕਰਿਆ ਹੋਇਆ, ਮਹਾਭਾਰਤ ਦੇ ਨਾਲ ਕੰਪੇਅਰ ਕਰਕੇ ਇੱਕ ਸਟਾਇਰ ਦੇ ਤੌਰ ਤੇ ਹੈ ਨਾ, व्यंग्यमक, ठीक है ना, स्टायर मारे हुए हैं। बस कुछ नहीं, कोई चक्कर नहीं, आपने सिंपल याद रखना ग्रेट इंडियन नॉवल की दी है? शशि थरूर दी है। शशि थरूर कांग्रेस ਦੇ ਬਹੁਤ ਵੱਡੇ ਪੋਲੀਟੀਸ਼ੀਅਨ ਹੈਗੇ ਆ, ਕੇਰਲਾ ਤੋਂ ਆਉਂਦੇ ਆ ਤੇ ਇਹ ਕੁਝ ਬੁੱਕਸ ਇਹਨਾਂ ਦੀ ਹੈਗੀਆਂ ਤੇ ਆਪਣੀ ਅੰਗਰੇਜ਼ੀ ਕਰਕੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਆ। ਬਹੁਤ ਖਤਰਨਾਕ ਸ਼ਬਦ ਇਹ ਯੂਜ਼ ਕਰਦੇ ਆ ਅੰਗਰੇਜ਼ੀ ਦੇ। ਇਹ ਕੁਝ ਸਿਲੈਕਟਡ ਜੀ ਬੁੱਕਸ ਇਹਨਾਂ ਦੀ ਹੈਗੀਆਂ, ਠੀਕ ਹੈ। ਗ੍ਰੇਟ ਇੰਡੀਅਨ ਨੋਵਲ ਪੁੱਛੀ ਹੋਈ ਹੈ ਪੇਪਰ ਦੇ ਵਿੱਚ। ਇਸ ਤੋਂ ਇਲਾਵਾ ਵੀ ਪੈਕਸ ਇੰਡੀਆ, ਵਾਈ ਆਈ ਐਮ ਹਿੰਦੂ, ਇਹ ਤਾਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਕਰਕੇ ਤਾਂ ਇਹਨਾਂ ਨੂੰ ਅਵਾਰਡ ਵੀ ਮਿਲਿਆ ਹੋਇਆ। ਮੈਂ ਲਾਸਟ ਵੀਡੀਓ ਦੇ ਵਿੱਚ ਕਰਾ ਚੁੱਕਿਆ ਇੱਕ ਵੀਡੀਓ ਦੇ ਵਿੱਚ, ਐਨ ਏਰਾ ਆਫ ਡਾਰਕਨੈਸ, ਇਹ ਅਵਾਰਡ ਮਤਲਬ ਇਹ ਬੁੱਕ ਇਹਨਾਂ ਦੀ ਯਾਦ ਰੱਖਣੀ ਹੈ। ਇਹ ਨਰਿੰਦਰ ਮੋਦੀ ਦੇ ਉੱਤੇ ਇਹਨਾਂ ਨੇ ਕਿਤਾਬ ਲਿਖੀ ਹੋਈ ਹੈ, ਦ ਪੈਰਾਡੋਕਸੀਅਲ ਪ੍ਰਾਈਮ ਮਿਨਿਸਟਰ, ਦਾ ਹਿੰਦੂ ਵੇ, ਇਹ ਯਾਦ ਰੱਖ ਲਿਓ, ਠੀਕ ਹੈ। ਇਹ ਬੁੱਕ ਲੇਟੈਸਟ ਹੈਗੀ ਹੈ ਇਹਨਾਂ ਦੀ, ਅੰਬੇਡਕਰ ਏ ਲਾਈਫ, ਠੀਕ ਹੈ। ਦ ਸਟਰਗਲ ਫॉर ਇੰਡੀਆਸ ਸੋਲ, ਇਹ ਲੇਟੈਸਟ ਬੁੱਕਸ ਹੈਗੀਆਂ, ਇਹ ਜ਼ਰੂਰ ਯਾਦ ਰੱਖ ਲਿਓ, ਠੀਕ ਹੈ। ਬਾਕੀ ਤਾਂ ਇਹ ਹੈ ਹੀ ਬੁੱਕਸ ਜਿਹੜੀ ਪਹਿਲਾਂ ਪੁੱਛੀ ਗਈਆਂ, ਠੀਕ ਹੈ। ਇਹ ਕੁਝ ਸਿਲੈਕਟਡ ਜੀ ਬੁੱਕਸ ਹੈ, ਇਹਨਾਂ ਤੋਂ ਇਲਾਵਾ ਵੀ ਇਹਨਾਂ ਦੀ ਬੁੱਕਸ ਹੈਗੀਆਂ, ਬਟ ਘੱਟੋ ਘੱਟ ਇਹ ਤਾਂ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਜਿਹੜੀ ਆਪਾਂ ਨੇ ਇੱਥੇ ਡਿਸਕਸ ਕਰੀ ਹੈ, ਠੀਕ ਹੈ। ਨੈਕਸਟ ਹੈ ਜੀ, ਹੇਠਾਂ ਦਿੱਤੇ ਪਹਾੜਾਂ ਵਿੱਚੋਂ ਕਿਹੜਾ ਪਹਾੜ ਟੈਕਟੋਨਿਕ ਪਲੇਟਾਂ ਦੇ ਸੰਕੁਚਨ ਦੇ ਨਤੀਜੇ ਵਜੋਂ ਬਣਦਾ ਹੈ? ਟੈਕਟੋਨਿਕ ਪਲੇਟਾਂ, ਸਭ ਤੋਂ ਪਹਿਲੀ ਗੱਲ, ਆਪਣੀ ਜਿਹੜੀ ਧਰਤੀ ਹੈਗੀ ਹੈ ਬਈ, ਧਰਤੀ ਦੀ ਬਾਹਰ ਵਾਲੀ ਪਰਤ ਨੂੰ ਆਪਾਂ ਬੋਲਦੇ ਹਾਂ ਕਰਸਟ, ਜਿਹਦੇ ਤੇ ਆਪਾਂ ਰਹਿੰਦੇ ਹਾਂ, ਤੇ ਇਹ ਕਰਸਟ ਜਿਹੜੀ ਬਣੀ ਹੋਈ ਹੈ ਇਹ ਟੈਕਟੋਨਿਕ ਪਲੇਟਾਂ ਦੀ ਬਣੀ ਹੋਈ ਹੈ। ਟੈਕਟੋਨਿਕ ਪਲੇਟਾਂ ਦੀ ਮਤਲਬ ਜਿਵੇਂ ਇਹ ਆਪਣੀ ਧਰਤੀ ਹੋ ਗਈ ਹੈ ਨਾ, ਇਹ ਬਾਹਰ ਵਾਲੀ ਪਰਤ ਹੈ ਕਰਸਟ, ਇਹ ਸਾਰੀ ਦੀ ਸਾਰੀ ਪਰਤ ਇਕੱਠੀ ਥੋੜੀ ਜੁੜੀ ਹੋਈ ਹੈ, ਇਹਦੇ ਚ ਵੀ ਪਲੇਟਾਂ ਹੈ। ਮਤਲਬ ਇਹ ਇੱਕ ਪਲੇਟ ਇਹ ਹੋ ਗਈ, ਇੱਕ ਪਲੇਟ ਇਹ ਹੋ ਗਈ, ਇਹ ਪਲੇਟ ਮਤਲਬ ਔਰ ਰਸੋਈ ਵਾਲੀ ਪਲੇਟ ਨਹੀਂ ਹੈ ਇਹ, ਠੀਕ ਹੈ ਨਾ, ਕਦੇ ਰਸੋਈ ਵਾਲੀ ਪਲੇਟ ਤੁਸੀਂ ਸਮਝ ਰਹੇ ਹੋ, ਏਦਾਂ ਕਰਕੇ ਪਲੇਟਾਂ ਦੀ ਬਣੀ ਹੋਈ ਹੈ, ਠੀਕ ਹੈ। ਤੇ ਇਹ ਪਲੇਟਾਂ ਜਿਹੜੀ ਹੈਗੀਆਂ ਮੂਵ ਕਰਦੀ ਰਹਿੰਦੀਆਂ, ਇਹ ਪਲੇਟਾਂ ਹੈਗੀਆਂ ਜਿਹੜੀ ਮੂਵ ਕਰਦੀ ਰਹਿੰਦੀਆਂ, ਬਟ ਬਹੁਤ ਹੌਲੀ ਹੌਲੀ ਮੂਵ ਕਰਦੀਆਂ ਕਿਉਂਕਿ ਧਰਤੀ ਘੁੰਮ ਰਹੀ ਹੈ ਬਈ, ਤਾਂ ਇਹ ਪਲੇਟਾਂ ਕੀ ਹੈ, ਹਲਕੀ ਹਲਕੀ ਜੀ ਮੂਵ ਕਰਦੀ ਰਹਿੰਦੀਆਂ ਇੱਕ ਦੂਜੇ ਦੇ ਨਾਲ। ਕਈ ਵਾਰ ਕੀ ਹੁੰਦਾ, ਇੱਕ ਪਲੇਟ ਇੱਥੇ ਹੈ, ਦੂਜੀ ਪਲੇਟ ਆ ਕੇ ਇਕੱਠੀ ਹੋ ਜਾਂਦੀ ਹੈ ਤੇ ਇਹਦੇ ਨਾਲ ਟਕਰਾਉਂਦੀ ਹੈ, ਠੀਕ ਹੈ। ਕਈ ਵਾਰ ਇਸ ਪਲੇਟ ਦੇ ਥੱਲੇ ਚਲੀ ਜਾਂਦੀ ਹੈ, ਕਈ ਵਾਰ ਇਸ ਪਲੇਟ ਦੇ ਉੱਪਰ ਚਲੀ ਜਾਂਦੀ ਹੈ, ਠੀਕ ਹੈ। ਅਜਿਹੀ ਜਦੋਂ ਕੰਡੀਸ਼ਨ ਹੁੰਦੀ ਹੈ, ਇਹਨੂੰ ਆਪਾਂ ਬੋਲਦੇ ਹਾਂ ਕਿ ਪਲੇਟਾਂ ਦੀ ਕੀ ਹੈ, ਟੱਕਰ ਲੱਗ ਰਹੀ ਹੈ। ਤਾਂ ਜਿਹੜੇ ਵੀ ਮਤਲਬ ਪਹਾੜ ਇੱਥੇ ਬਣਨਗੇ, ਕਿਉਂਕਿ ਟੱਕਰ ਲੱਗੂਗੀ ਨਾ, ਤਾਂ ਗਾਦ ਜਿਹੜੀ ਹੈਗੀ ਹੈ ਵਿੱਚ, ਕਿਉਂਕਿ ਦੇਖੋ ਇੱਕ ਪਲੇਟ ਇਹ ਹੈ, ਇੱਕ ਪਲੇਟ ਇਸ ਸਾਈਡ ਹੈ, ਵਿੱਚ ਤਾਂ ਪਾਣੀ ਹੋਊਗਾ ਨਾ, ਸਮੁੰਦਰ ਵਗੈਰਾ, ਤਾਂ ਜਦੋਂ ਇਹਨਾਂ ਦੀ ਟੱਕਰ ਲੱਗੂਗੀ ਤਾਂ ਜਿਹੜੀ ਗਾਦ ਹੈ ਉਹ ਉੱਪਰ ਉੱਠਣੀ ਹੀ ਉੱਠਣੀ ਹੈ। ਤਾਂ ਗਾਦ ਜਦੋਂ ਉੱਪਰ ਉੱਠੇਗੀ ਤਾਂ ਉਹਦੇ ਨਾਲ ਕੀ ਹੈ, ਪਹਾੜ ਬਣਨਗੇ, ਸਮਝਿਓ ਗੱਲ। ਉਹਨੂੰ ਆਪਾਂ ਫੋਲਡ ਮਾਊਂਟੇਨਸ ਬੋਲਦੇ ਆ, ਉਸ ਤਰ੍ਹਾਂ ਦੇ ਪਹਾੜਾਂ ਨੂੰ ਆਪਾਂ ਕੀ ਬੋਲਦੇ ਆ, ਫੋਲਡ ਮਾਊਂਟੇਨਸ, ਕਿਉਂਕਿ ਇੱਥੇ ਧਰਤੀ ਕੀ ਹੋਗੀ, ਫੋਲਡ ਹੋਗੀ ਨਾ, ਇੱਥੇ ਧਰਤੀ ਕੀ ਹੋਗੀ, ਫੋਲਡ ਹੋਗੀ, ਤਾਂ ਫੋਲਡ ਮਾਊਂਟੇਨਸ ਇਹਨੂੰ ਆਪਾਂ ਕਹਾਂਗੇ। ਤਾਂ ਇਹਨਾਂ ਨੇ ਉਹੀ ਪੁੱਛਿਆ ਹੈ ਨਾ, ਦੇਖੋ ਹੇਠਾਂ ਦਿੱਤੇ ਪਹਾੜਾਂ ਵਿੱਚੋਂ ਕਿਹੜਾ ਪਹਾੜ ਟੈਕਟੋਨਿਕ ਪਲੇਟਾਂ ਦੇ ਸੰਕੁਚਨ, ਸੰਕੁਚਨ ਉਹੀ ਹੁੰਦਾ ਹੈ ਪਾਸ ਆਣਾ, ਸੰਕੁਚਨ ਦੇ ਨਤੀਜੇ ਵਜੋਂ ਬਣਦਾ ਹੈ, ਜਿਸ ਨਾਲ ਧਰਤੀ ਦੀ ਕਰਸਟ ਉੱਤੇ, ਧਰਤੀ ਦੀ ਕਰਸਟ ਮਤਲਬ ਬਾਹਰ ਵਾਲੀ ਪਰਤ, ਧਰਤੀ ਦੀ ਕਰਸਟ ਦੇ ਉੱਤੇ ਵੱਡੇ ਵੱਡੇ ਫੋਲਡ ਵਰਗੇ ਢਾਂਚੇ ਬਣ ਜਾਂਦੇ ਆ। ਫੋਲਡ ਮਤਲਬ ਉਹੀ ਹੈ, ਫੋਲਡ ਹੋ ਜਾਂਦੀ ਹੈ, ਇੱਥੇ ਧਰਤੀ ਦੀ ਕਰਸਟ ਹੈ ਜਿਹੜੀ ਫੋਲਡ ਹੋ ਜਾਂਦੀ ਹੈ ਤੇ ਪਹਾੜ ਬਣ ਜਾਂਦੇ ਆ। ਕਿਹੜੇ ਪਹਾੜ ਹੈਗੇ ਆ, ਇੱਕ ਪਹਾੜ ਨਹੀਂ ਬਣਦਾ, ਬਹੁਤ ਸਾਰੇ ਪਹਾੜ ਬਣਦੇ ਆ, ਤੇ ਬਹੁਤ ਸਾਰੇ ਪਹਾੜ ਨੂੰ ਆਪਾਂ ਮਾਊਂਟੇਨ ਰੇਂਜ ਬੋਲਦੇ ਆ, ਪਰਵਤ ਸ਼੍ਰੰਖਲਾ। ਕੱਲੇ ਪਰਵਤ ਨੂੰ ਆਪਾਂ ਪਰਵਤ ਬੋਲ ਦਾਂਗੇ, ਪਰ ਬਹੁਤ ਸਾਰੇ ਪਰਵਤ ਹੋ ਗਏ ਤਾਂ ਆਪਾਂ ਕੀ ਬੋਲਾਂਗੇ ਕਿ ਪਰਵਤਾਂ ਦੀ ਸ਼੍ਰੰਖਲਾ ਹੈ ਬਈ, ਪੂਰੀ ਦੀ ਪੂਰੀ ਪਰਵਤ ਰੇਂਜ ਹੈ। ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਦੇਖੋ ਹੈ ਤਾਂ ਇਹ ਸਾਰੇ ਪਹਾੜ ਹੈ, ਬਟ ਇਹਨਾਂ ਦੇ ਵਿੱਚੋਂ ਫੋਲਡ ਕਿਹੜੇ ਹੈ, ਕਿਉਂਕਿ ਫੋਲਡ ਤੋਂ ਇਲਾਵਾ ਵੀ ਹੋਰ ਤਰ੍ਹਾਂ ਦੇ ਪਹਾੜ ਹੁੰਦੇ ਆ, ਜਵਾਲਾਮੁਖੀ ਵੀ ਪਹਾੜ ਹੁੰਦੇ ਆ, ਠੀਕ ਹੈ ਨਾ। ਕਈ ਵਾਰ ਅੱਛਾ ਇੱਕ ਹੁੰਦੇ ਆ ਬਲੌਕ ਮਾਊਂਟੇਨਸ, ਉਹ ਵੀ ਆਪਾਂ ਦੇਖਾਂਗੇ ਕਦੋਂ, ਜਦੋਂ ਜਿਓਗ੍ਰਾਫੀ ਪੜਾਂਗੇ, ਠੀਕ ਹੈ ਨਾ। ਬਟ ਇਸ ਟਾਈਮ ਆਪਣਾ ਆਨਸਰ ਹੈਗਾ ਬਈ ਇਹ ਯੂਰਾਲ ਮਾਊਂਟੇਨਸ, ਜਿਹੜੀ ਕਿ ਰਸ਼ੀਆ ਦੇ ਵਿੱਚ ਹੈ। ਯੂਰਾਲ ਬੋਲ ਦੋ, ਕੋਈ ਉਰਾਲ ਬੋਲਦਾ, ਕੋਈ ਯੂਰਾਲ ਬੋਲਦਾ, ਕੋਈ ਚੱਕਰ ਨਹੀਂ, ਇਹ ਆਪਾਂ ਨੇ ਯਾਦ ਰੱਖਣਾ ਹੈ। ਰਸ਼ੀਆ ਦੇ ਵਿੱਚ ਹੈਗੇ ਆ ਤੇ ਇਹ ਰਸ਼ੀਆ ਨੂੰ ਇੱਕ ਤਰ੍ਹਾਂ ਨਾਲ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੇ ਆ, ਯੂਰਾਲ ਮਾਊਂਟੇਨਸ, ਠੀਕ ਹੈ। ਇਹ ਵੀ ਬਾਕੀ ਯਾਦ ਰੱਖ ਲਿਓ, ਵੋਸਗਸ ਮਾਊਂਟੇਨ ਯੂਰਪ ਦੇ ਵਿੱਚ ਹੈ। ਮਾਊਂਟ ਕਿਲੀਮਿੰਜਾਰੋ ਅਫਰੀਕਾ ਦੀ ਸਭ ਤੋਂ ਬੜੀ ਮਾਊਂਟੇਨ ਹੈ। ਅਫਰੀਕਾ ਦਾ ਸਭ ਤੋਂ ਉੱਚਾ ਪਹਾੜ ਕਿਹੜਾ ਹੈ, ਮਾਊਂਟ ਕਿਲੀਮਿੰਜਾਰੋ, ਤੰਜ਼ਾਨੀਆ ਦੇਸ਼ ਦੇ ਅੰਦਰ ਹੈ, ਲਿਖ ਲਿਓ। ਮਾਊਂਟ ਕਿਲੀਮਿੰਜਾਰੋ ਤੰਜ਼ਾਨੀਆ ਦੇਸ਼ ਦੇ ਅੰਦਰ ਹੈ, ਅਫਰੀਕਾ ਦੇ ਵਿੱਚ। ਇਹ ਜਵਾਲਾਮੁਖੀ ਹੈ, ਕੀ ਹੈ, ਜਵਾਲਾਮੁਖੀ ਹੈ, ਤੇ ਨਾਲੇ ਅਫਰੀਕਾ ਦਾ ਸਭ ਤੋਂ ਵੱਡਾ ਪਹਾੜ ਹੈ। ਏਸ਼ੀਆ ਤੋਂ ਬਾਹਰ ਜੇਕਰ ਕੋਈ ਸਭ ਤੋਂ ਵੱਡਾ ਪਹਾੜ ਹੈ ਤਾਂ ਉਹ ਮਾਊਂਟ ਕਿਲੀਮਿੰਜਾਰੋ ਹੈ, ਠੀਕ ਹੈ। ਤੇ ਇਹ ਹਰਜ਼ ਮਾਊਂਟੇਨਸ ਕਿੱਥੇ ਹੈ, ਜਰਮਨੀ ਦੇ ਵਿੱਚ ਹੈ। ਯੂਰਾਲ ਮਾਊਂਟੇਨਸ ਬਾਰੇ ਇੱਕ ਗੱਲ ਯਾਦ ਰੱਖਣੀ ਹੈ, ਮੰਨ ਲਓ ਇਹ ਰਸ਼ੀਆ ਦਾ ਮੈਪ ਹੋ ਗਿਆ, ਮੰਨ ਲਓ, ਠੀਕ ਹੈ ਨਾ। ਇੱਥੇ ਯੂਰਾਲ ਮਾਊਂਟੇਨਸ ਆਣਗੀਆਂ ਇਦਾਂ ਕਰਕੇ। ਇਸ ਤੋਂ ਇੱਧਰ ਵਾਲਾ ਰੂਸ ਹੈ ਜਿਹੜਾ, ਉਹ ਆਪਾਂ ਏਸ਼ੀਆ ਦੇ ਵਿੱਚ ਕਾਊਂਟ ਕਰ ਲੈਂਦੇ ਆ, ਇੱਧਰ ਵਾਲੇ ਨੂੰ ਆਪਾਂ ਯੂਰਪ ਚ ਕਾਊਂਟ ਕਰ ਲੈਂਦੇ ਆ, ਠੀਕ ਹੈ ਨਾ। ਤਾਂ ਇਸ
ਇਸ ਯੂਰਾਲ ਮਾਊਂਟੇਨਸ ਨੇ ਕਹਿ ਸਕਦੇ ਹੋ ਤੁਸੀਂ ਕਿ ਰੂਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਇੱਕ ਸਾਈਡ ਏਸ਼ੀਆ ਵਾਲਾ ਰੂਸ ਹੋ ਗਿਆ, ਇੱਕ ਸਾਈਡ ਯੂਰਪ ਵਾਲਾ ਰੂਸ ਹੋ ਗਿਆ। ਓਕੇ, ਨੈਕਸਟ ਆ ਜਾਓ। ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਹਿੰਦਾ ਹੈ ਕਿ ਸੁਪਰੀਮ ਕੋਰਟ ਰਿਕਾਰਡ ਦੀ ਅਦਾਲਤ ਹੋਵੇਗੀ? ਅੰਗਰੇਜ਼ੀ 'ਚ ਇਹ ਸਟੇਟਮੈਂਟ ਯਾਦ ਰੱਖਿਓ, ਸੁਪਰੀਮ ਕੋਰਟ ਟੂ ਬੀ ਏ ਕੋਰਟ ਆਫ ਰਿਕਾਰਡ, ਕਿ ਸੁਪਰੀਮ ਕੋਰਟ ਜਿਹੜੀ ਹੈਗੀ ਹੈ ਕੋਰਟ ਆਫ ਰਿਕਾਰਡ ਹੈ। ਸੁਪਰੀਮ ਕੋਰਟ ਇਜ਼ ਏ ਕੋਰਟ ਆਫ ਰਿਕਾਰਡ, ਇਹ ਸਟੇਟਮੈਂਟ ਯਾਦ ਰੱਖਣੀ ਹੈ। ਸੁਪਰੀਮ ਕੋਰਟ ਇਜ਼ ਏ ਕੋਰਟ ਆਫ ਰਿਕਾਰਡ, ਇਹ ਆਰਟੀਕਲ 129 ਹੈ, ਸੁਪਰ ਇੰਪੋਰਟੈਂਟ ਹੈ, ਡਾਇਰੈਕਟ ਆਇਆ ਹੋਇਆ ਹੁੰਦਾ। ਸੁਪਰੀਮ ਕੋਰਟ ਇਜ਼ ਏ ਕੋਰਟ ਆਫ ਰਿਕਾਰਡ ਮਤਲਬ ਸੁਪਰੀਮ ਕੋਰਟ ਨੇ ਜੋ ਗੱਲਾਂ ਕਹਿਤੀਆਂ, ਠੀਕ ਹੈ, ਸੁਪਰੀਮ ਕੋਰਟ ਨੇ ਜੋ ਗੱਲਾਂ ਕਹਿਤੀਆਂ, ਜੋ ਉਹਨਾਂ ਨੇ ਫੈਸਲਾ ਸੁਣਾਇਆ, ਜੋ ਵੀ ਉਹਨਾਂ ਨੇ ਸਟੇਟਮੈਂਟਾਂ ਦਈਆਂ, ਉਹ ਸਟੇਟਮੈਂਟਾਂ ਇੱਕ ਤਰ੍ਹਾਂ ਨਾਲ ਕੀ ਹੋ ਗਈ, ਰਿਕਾਰਡ ਬਣ ਗਈਆਂ। ਉਹ ਹਮੇਸ਼ਾ ਵਾਸਤੇ ਉਹ ਯੂਜ਼ ਕਰੀ ਜਾ ਸਕਦੀਆਂ ਦੂਜੀ ਅਦਾਲਤਾਂ ਦੇ ਵਿੱਚ ਐਗਜ਼ਾਮਪਲ ਦੇ ਤੌਰ ਦੇ ਉੱਤੇ। ਕੋਈ ਉਸੇ ਵਰਗਾ ਕੇਸ, ਮੰਨ ਲਓ ਕਿਸੇ ਕੇਸ ਦੇ ਵਿੱਚ ਉਹਨਾਂ ਨੇ ਕੋਈ ਸਟੇਟਮੈਂਟ ਦਈ ਹੈ, ਸੇਮ ਉਹੀ ਕੇਸ ਕਿਸੇ ਹੋਰ ਅਦਾਲਤ ਦੇ ਵਿੱਚ ਜਦੋਂ ਚੱਲੇਗਾ ਤਾਂ ਉਸ ਨੂੰ ਮਤਲਬ ਸੁਪਰੀਮ ਕੋਰਟ ਦੇ ਫੈਸਲੇ ਨੂੰ ਉੱਥੇ ਸੁਣਾਇਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਕਿ ਹਾਂ ਇਸ ਫਲਾਣੇ ਕੇਸ ਦੇ ਵਿੱਚ ਇਦਾਂ ਸੁਪਰੀਮ ਕੋਰਟ ਨੇ ਕਿਹਾ ਸੀ, ਤਾਂ ਇੱਥੇ ਵੀ ਉਹੀ ਗੱਲ ਹੋਣੀ ਚਾਹੀਦੀ ਹੈ। ਠੀਕ ਹੈ, ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹ ਇੱਕ ਤਰ੍ਹਾਂ ਨਾਲ ਰਿਕਾਰਡ ਬਣ ਜਾਂਦੀ ਹੈ। ਓਕੇ, ਇਹ ਆਰਟੀਕਲ 129 ਦੇ ਵਿੱਚ ਲਿਖਿਆ ਹੋਇਆ। ਠੀਕ ਹੈ, ਬਾਕੀ ਇਹ ਗੱਲਾਂ ਨਾ ਜਿਹੜੀ ਮੇਰੀ ਪੋਲਿਟੀ ਦੀ ਕਲਾਸਾਂ ਪਈਆਂ ਉਹਦੇ 'ਚ ਬਹੁਤ ਜ਼ਿਆਦਾ ਡਿਟੇਲ 'ਚ ਕਰਾਈ ਹੋਈਆਂ। ਪੋਲਿਟੀ ਦੀ ਕਲਾਸਾਂ ਪਈਆਂ YouTube ਦੇ ਉੱਤੇ ਫ੍ਰੀ ਸਾਰੀ, ਠੀਕ ਹੈ ਨਾ, ਚੈੱਕ ਕਰ ਲਿਓ, ਨੀਚੇ ਪਲੇਲਿਸਟ ਦੇ ਵਿੱਚ ਲਿੰਕ ਦਿਆ ਹੋਇਆ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਪਲੇਲਿਸਟ ਦਾ, ਉਹ ਚੈੱਕ ਕਰ ਲਿਓ। ਹਰੀ ਪ੍ਰਸਾਦ ਚੌਰਸੀਆ ਬਹੁਤ ਜ਼ਿਆਦਾ ਫੇਮਸ ਹੈ ਬਈ, ਤੇ ਕਿਹੜਾ ਯੰਤਰ ਵਜਾਉਂਦੇ ਆ? ਫੋਟੋ 'ਚ ਲਿਖਿਆ, ਮਤਲਬ ਤੁਸੀਂ ਦੇਖ ਸਕਦੇ ਹੋ, ਬਾਂਸੁਰੀ। ਠੀਕ ਹੈ, ਹਰੀ ਪ੍ਰਸਾਦ ਚੌਰਸੀਆ। ਓਕੇ, ਨੈਕਸਟ, ਮਨੁੱਖਾਂ ਵਿੱਚ ਤਪੈਦਿਕ ਕਿਵੇਂ ਫੈਲਦਾ ਬਈ? ਤਪੈਦਿਕ ਮਤਲਬ ਟਿਊਬਰਕਲੋਸਿਸ। ਕਿੱਦਾਂ ਫੈਲਦਾ ਹੈ? ਟਿਊਬਰਕਲੋਸਿਸ ਫੈਲਦਾ ਹੈ ਬਈ ਡ੍ਰੌਪਲੇਟ ਇਨਫੈਕਸ਼ਨ ਦੇ ਨਾਲ। ਡ੍ਰੌਪਲੇਟ ਇਨਫੈਕਸ਼ਨ ਕੀ ਹੁੰਦਾ? ਜਿਹੜੇ ਵੀ ਵਿਅਕਤੀ ਨੂੰ ਇਨਫੈਕਸ਼ਨ ਹੈਗਾ, ਜਿਹੜੇ ਵੀ ਬੰਦੇ ਨੂੰ ਇਹ ਹੈਗਾ ਆ ਟੀਬੀ, ਤਾਂ ਉਹਦਾ ਜਿਹੜਾ ਬੈਕਟੀਰੀਆ ਹੈ, ਕਿਉਂਕਿ ਟੀਬੀ ਕਿਹਦੇ ਨਾਲ ਫੈਲਦਾ? ਟੀਬੀ ਬੈਕਟੀਰੀਆ ਦੇ ਨਾਲ ਫੈਲਦਾ। ਪਹਿਲਾਂ ਤਾਂ ਇਸ ਹਿੱਸੇ ਨੂੰ ਕਲੀਅਰ ਕਰ ਲਓ। ਟੀਬੀ ਜਿਹੜੀ ਬਿਮਾਰੀ ਹੈ ਜਿਹਨੂੰ ਆਪਾਂ ਤਪੈਦਿਕ ਬੋਲ ਰਹੇ ਹਾਂ, ਕੀ ਬੋਲ ਰਹੇ ਹਾਂ ਬਈ ਆਪਾਂ ਇਹਨੂੰ? ਤਪੈਦਿਕ। ਟੀਬੀ ਜਿਹੜੀ ਬਿਮਾਰੀ ਹੈ ਇਹਨੂੰ ਆਪਾਂ ਤਪੈਦਿਕ ਬੋਲ ਰਹੇ ਹਾਂ। ਹਿੰਦੀ ਦੇ ਵਿੱਚ ਇਹਨੂੰ ਸ਼ੈ ਰੋਗ ਬੋਲਦੇ ਆ, ਸ਼ੈ ਰੋਗ। ਠੀਕ ਹੈ, ਹਿੰਦੀ ਦੇ ਵਿੱਚ ਸ਼ੈ ਰੋਗ ਜੋ ਵੀ ਹੈ, ਜਿੱਦਾਂ ਵੀ ਇਹਨੂੰ ਬੋਲਦੇ ਆ। ਠੀਕ ਹੈ, ਤੇ ਤਪੈਦਿਕ ਹੋ ਗਿਆ, ਟੀਬੀ ਹੋ ਗਿਆ। ਇਹ ਫੈਲਦਾ ਬੈਕਟੀਰੀਆ ਤੋਂ। ਕਿਹਦੇ ਤੋਂ ਫੈਲਦਾ? ਬੈਕਟੀਰੀਆ ਤੋਂ। ਯਾਦ ਰੱਖਣਾ, ਬੈਕਟੀਰੀਆ ਮਤਲਬ ਮੈਂ ਗੱਲ ਕਰ ਰਿਹਾ ਜੀਵਾਣੂ ਦੀ। ਠੀਕ ਹੈ, ਬੈਕਟੀਰੀਆ ਮਤਲਬ ਜੀਵਾਣੂ, ਜੀਵਾਣੂ ਤੋਂ ਫੈਲਦਾ ਬਾਈ। ਤੇ ਜੀਵਾਣੂ ਦਾ ਨਾਮ ਕੀ ਹੈ? ਮਾਈਕੋਬੈਕਟੀਰੀਅਮ ਟਿਊਬਰਕਲੋਸਿਸ। ਕੀ ਨਾਮ ਹੈ ਬੈਕਟੀਰੀਆ ਦਾ? ਮਾਈਕੋਬੈਕਟੀਰੀਅਮ ਟਿਊਬਰਕਲੋਸਿਸ, ਉਹਦੇ ਤੋਂ ਫੈਲਦਾ। ਤੇ ਜਦੋਂ ਜਿਸ ਵੀ ਵਿਅਕਤੀ ਨੂੰ ਇਹ ਇਨਫੈਕਸ਼ਨ ਹੈਗਾ, ਜਿਸ ਵੀ ਵਿਅਕਤੀ ਨੂੰ ਟੀਬੀ ਹੈਗਾ ਆ, ਤਾਂ ਉਸ ਦੇ ਸਾਹ ਦੇ ਥਰੂ, ਉਹਦੇ ਸਲਾਈਵੇ ਦੇ ਥਰੂ, ਕਿਸੇ ਵੀ ਥਰੂ ਉਹ ਜਿਹੜਾ ਵਾਇਰਸ ਹੈ ਉਹਦੇ ਨਾਲ ਵਾਲੇ ਬੰਦੇ, ਵਾਇਰਸ ਨਹੀਂ ਸੌਰੀ, ਜਿਹੜਾ ਬੈਕਟੀਰੀਆ ਹੈ ਉਹਦੇ ਨਾਲ ਵਾਲੇ ਬੰਦੇ ਨੂੰ ਮਿਲ ਜਾਂਦਾ ਜਾਂ ਉਹਦੇ ਨਾਲ ਉਹ ਇਨਫੈਕਸ਼ਨ ਫੈਲ ਜਾਂਦਾ ਹੈ। ਠੀਕ ਹੈ ਨਾ, ਤਾਂ ਉਸ ਨੂੰ ਆਪਾਂ ਬੋਲਦੇ ਹਾਂ ਡ੍ਰੌਪਲੇਟ ਇਨਫੈਕਸ਼ਨ। ਡ੍ਰੌਪਲੇਟ ਕੀ ਹੈ? ਜਿਹੜਾ ਬੈਕਟੀਰੀਆ ਹੈਗਾ ਉਹ ਸਲਾਈਵੇ ਦੇ ਥਰੂ, ਮੰਨ ਲਓ ਉਹਨੇ ਛਿੱਕ ਮਾਰੀ ਹੈ ਹਨਾ, ਜਾਂ ਉਹਨੇ ਖਾਂਸਿਆ, ਤਾਂ ਉਹ ਜਿਹੜਾ ਬੈਕਟੀਰੀਆ ਹੈਗਾ ਨਾਲ ਵਾਲੇ ਬੰਦੇ ਨੂੰ ਟ੍ਰਾਂਸਫਰ ਹੋ ਗਿਆ, ਉਹ ਹੁੰਦਾ ਹੈ ਡ੍ਰੌਪਲੇਟ ਇਨਫੈਕਸ਼ਨ। ਉਹ ਕੀ ਹੁੰਦਾ ਹੈ? ਡ੍ਰੌਪਲੇਟ ਇਨਫੈਕਸ਼ਨ। ਜਿਵੇਂ ਕਰੋਨਾ ਹੋ ਗਿਆ ਹਨਾ, ਜਿਵੇਂ ਕਰੋਨਾ ਵੀ ਤਾਂ ਇੱਕ ਤਰ੍ਹਾਂ ਡ੍ਰੌਪਲੇਟ ਇਨਫੈਕਸ਼ਨ ਦੇ ਨਾਲ ਹੀ ਫੈਲ ਰਿਹਾ। ਸਮਝਿਓ ਗੱਲ, ਤੇ ਯਾਦ ਰੱਖਣਾ ਹੈ ਬਈ। ਨੈਕਸਟ, ਅੱਛਾ, ਟੀਬੀ ਦੀ ਫਿਰ ਵੈਕਸੀਨ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਜੇ ਕਰੋਨਾ ਦੀ ਵੈਕਸੀਨ ਪਤਾ ਹੈ ਤਾਂ ਟੀਬੀ ਦੀ ਵੀ ਹੁੰਦੀ ਹੈ BCG ਵੈਕਸੀਨ ਹੈ। ਤੇ ਕਰੋਨਾ ਦਾ ਟੈਸਟ ਤੁਹਾਨੂੰ ਪਤਾ ਹੈ RT-PCR ਹੁੰਦਾ ਹੈ, ਤਾਂ ਫਿਰ ਟੀਬੀ ਦਾ ਟੈਸਟ ਕੀ ਹੁੰਦਾ? ਮੈਂਟੌਕਸ। ਠੀਕ ਹੈ, ਇਹ ਟੈਸਟ ਹੋ ਗਿਆ, ਇਹ ਵੈਕਸੀਨ ਹੋ ਗਈ ਟੀਬੀ ਦੀ। ਨੈਕਸਟ ਆ ਜਾਓ, ਮੂਨ ਵਾਕ ਇਜ਼ ਆਟੋਬਾਇਓਗ੍ਰਾਫੀ ਆਫ, ਮੂਨ ਵਾਕ ਦੀ ਆਟੋਬਾਇਓਗ੍ਰਾਫੀ ਹੈ, ਤੇ ਇਹਨੂੰ ਜਾਣਦੇ ਹੋ ਬੰਦੇ ਨੂੰ? ਇਹ ਮੂਨ ਵਾਕ ਕਰ ਰਿਹਾ ਡਾਂਸਰ ਹੈ, ਇਹਨੂੰ ਜਾਣਦੇ ਹੋਣੇ, ਮਾਈਕਲ ਜੈਕਸਨ। ਠੀਕ ਹੈ ਨਾ, ਤੇ ਮਾਈਕਲ ਜੈਕਸਨ ਦੀ ਇੰਟਰੋਡਕਸ਼ਨ ਦੀ ਤਾਂ ਜ਼ਰੂਰਤ ਹੈ ਨਹੀਂ, ਆਈ ਨੋ, ਸਾਰਿਆਂ ਨੂੰ ਪਤਾ ਹੀ ਹੈ। ਚਲੋ ਆ ਜਾਓ। ਹਾਂਜੀ, ਭਾਰਤ ਦੇ 올림픽 ਤਗਮਾ ਜੇਤੂ, 올림픽 ਦੇ ਵਿੱਚ ਇਹਨਾਂ ਨੇ ਮੈਡਲ ਜਿੱਤਿਆ ਹੋਇਆ, ਵੀ ਕਿਹੜਾ ਮੈਡਲ ਜਿੱਤਿਆ ਹੋਇਆ? 골ਡ। ਤੇ 골ਡ ਮੈਡਲ ਜਿੱਤਣ ਵਾਲੇ ਇੰਡੀਆ ਦੇ ਪਹਿਲੇ ਵਿਅਕਤੀ ਹੈ 올림픽 ਦੇ ਵਿੱਚ। 올림픽 ਦੇ ਵਿੱਚ ਫਸਟ 골ਡ ਮੈਡਲ ਜਿੱਤਣ ਵਾਲੇ ਪਹਿਲੇ ਵਿਅਕਤੀ ਕੌਣ ਹੈ? ਅਭਿਨਵ ਬਿੰਦਰਾ। 올림픽 ਦੁਬਾਰਾ ਸੁਣ ਲਓ, 올림픽 ਦੇ ਵਿੱਚ 골ਡ ਮੈਡਲ ਜਿੱਤਣ ਵਾਲੇ ਪਹਿਲੇ ਵਿਅਕਤੀ ਅਭਿਨਵ ਬਿੰਦਰਾ, ਦੂਜੇ ਵਿਅਕਤੀ ਨੀਰਜ ਚੋਪੜਾ। ਓਕੇ, ਬਸ ਦੋ ਹੀ ਵਿਅਕਤੀ ਆ ਜਿਨ੍ਹਾਂ ਨੇ ਇੰਡੀਆ ਦੇ ਵਿੱਚ, ਮਤਲਬ ਇੰਡੀਆ ਦੇ ਵੱਲੋਂ 골ਡ ਮੈਡਲ ਜਿੱਤਿਆ ਹੋਇਆ 올림픽 ਦੇ ਵਿੱਚ। ਦੋ ਹੀ ਹੈ, ਪਹਿਲਾ ਅਭਿਨਵ ਬਿੰਦਰਾ ਹੈ, ਦੂਜਾ ਨੀਰਜ ਚੋਪੜਾ। ਇਸ ਤੋਂ ਇਲਾਵਾ ਕੋਈ ਮਹਿਲਾ ਹਜੇ ਤੱਕ ਨਹੀਂ ਹੋਈ, ਠੀਕ ਹੈ, ਜਿਹਨੇ 올림픽 ਦੇ ਵਿੱਚ 골ਡ ਮੈਡਲ ਜਿੱਤਿਆ, ਉਹ ਇੰਡੀਆ ਦੀ ਤਰਫ ਤੋਂ। ਇਹਨਾਂ ਦੀ ਆਟੋਬਾਇਓਗ੍ਰਾਫੀ, ਇਹ ਸ਼ੂਟ ਐਟ
हिस्टरी, ठीक है। निशानेबाज ये सीगे 2008 ਦੀ ਗੱਲ ਹੈ। ओलंपिक कितने सीगा 2008 ਦਾ बीजिंग ਦੇ ਵਿੱਚ ਸੀਗਾ। बीजिंग कितने है चाइना ਦੇ ਵਿੱਚ है ना, तो बीजिंग चाइना याद रख लियो बस। बीजिंग चाइना ਦੇ ਵਿੱਚ 2008 ਦੇ ਵਿੱਚ ਇਹਨਾਂ ਨੇ ਮੈਡਲ ਜਿੱਤਿਆ ਸੀ ਤੇ 10 ਮੀਟਰ 에ਅਰ ਰਾਈਫਲ ਹੈ ਇਹਨਾਂ ਦੀ, है ना, क्योंकि वो भी अलग अलग होंगे शूटिंग ਦੇ ਵਿੱਚ भी अलग अलग ਜਿਹੜੇ कंपटीशन है वो होंगे तो ਇਹਨਾਂ ਦਾ ਹੈਗਾ 10 ਮੀਟਰ 에ਅਰ राइफल, 10 मीटर एयर राइफल, ठीक है। ओके भाई, नेक्स्ट आ जाओ। विंटर ओलंपिक 2026 की मेजबानी किहड़ा देश करेगा? तो विंटर ओलंपिक देखो, विंटर जिहड़े हुंदे आ, एक समर ओलंपिक हुंदे आ, एक विंटर ओलंपिक हुंदे आ, ठीक है। जिहड़े 2021 ਦੇ ਵਿੱਚ ਹੋਏ ਆ जापान ਦੇ ਵਿੱਚ ਹੋਏ ਸੀ ਜਿਹੜੇ, ਉਹ ਸੀਗੇ ਸਮਰ ਤੇ 2022 ਵਾਲੇ ਸੀਗੇ ਵਿੰਟਰ, ठीक है। 2022 ਵਾਲੇ ਕਿਹੜੇ ਸੀਗੇ? ਵਿੰਟਰ। ਤੇ ਹੁਣ 2026 ਦੇ ਵਿੱਚ ਹੋਣਗੇ ਵਿੰਟਰ 올림픽। ਇਹ ਕਿੱਥੇ ਹੋਣਗੇ ਬਈ? ਇਹ ਇਟਲੀ ਦੇ ਵਿੱਚ ਹੋਣਗੇ। ਕਿੱਥੇ ਹੋਣਗੇ? ਇਟਲੀ ਦੇ ਵਿੱਚ। ਵਿੰਟਰ 올림픽 ਦੇ ਵਿੱਚ ਬਰਫ਼ ਵਾਲੀ ਗੇਮਾਂ ਹੁੰਦੀਆਂ ਬਸ, ਹੋਰ ਕੁਝ ਨਹੀਂ ਹੈ, ਠੀਕ ਹੈ। ਵਿੰਟਰ 올림픽 ਪਹਿਲੀ ਵਾਰ ਕਦੋਂ ਸਟਾਰਟ ਹੋਏ ਆ? 1924। ਪਹਿਲੇ ਵਿੰਟਰ 올림픽 ਕਿੱਥੇ ਹੋਏ ਸੀਗੇ? ਚੈਮਨੋਕ ਫਰਾਂਸ ਦੇ ਵਿੱਚ। ਇੰਡੀਆ ਨੇ ਪਹਿਲਾਂ ਦੇ ਵਿੱਚ ਭਾਗ ਨਹੀਂ ਲਿਆ ਸੀ, ਇੰਡੀਆ ਨੇ ਸਟਾਰਟ ਕਰਿਆ ਸੀਗਾ 1964 ਤੋਂ ਭਾਗ ਲੈਣ, ਤੇ ਆਪਣਾ ਰਿਕਾਰਡ ਕੋਈ ਖਾਸ ਹੈਗਾ ਨਹੀਂ, ਠੀਕ ਹੈ। ਤੇ ਇੰਡੀਆ ਨੇ ਸਟਾਰਟ ਕਦੋਂ ਕਰਿਆ 올림픽 ਦੇ ਵਿੱਚ ਭਾਗ ਲੈਣਾ? ਵਿੰਟਰ 올림픽 ਦੀ ਮੈਂ ਗੱਲ ਕਰ ਰਿਹਾ 1964। ਤੇ 24ਵੇਂ ਵਿੰਟਰ 올림픽 2022 ਚਾਈਨਾ ਬੀਜਿੰਗ ਦੇ ਵਿੱਚ ਹੋਏ ਸੀਗੇ। 25ਵੇਂ ਵਿੰਟਰ 올림픽 2026 ਦੇ ਵਿੱਚ ਹੋਣਗੇ। ਇਟਲੀ ਦੇ ਦੋ ਸ਼ਹਿਰ ਇਹ ਹੈਗੇ ਆ, ਮਿਲਨ ਤੇ ਕੋਰਟੀਨੋ ਐਮਪੇਜ਼ੋ, ਠੀਕ ਹੈ, ਇੱਥੇ ਹੋਣਗੇ ਬਈ। ਨੈਕਸਟ ਆਓ ਫਟਾਫਟ। ਸੋਨਲ ਮਾਨ ਸਿੰਘ ਇੱਕ ਪ੍ਰੋਮੀਨੈਂਟ ਕਲਾਸੀਕਲ ਡਾਂਸਰ ਹੈਗੇ ਆ, ਕਿਹੜੀ ਫੀਲਡ ਦੇ? ਕਿਹੜੇ ਡਾਂਸਰ ਇਹ ਹੈਗੇ ਆ? ਕਹਿਣ ਦਾ ਮਤਲਬ ਇਹ ਹੈ, ਤਾਂ ਇਹ ਹੈਗੇ ਆ ਬਈ ਭਰਤਨਾਟਿਅਮ ਤੇ ਓਡੀਸੀ ਦੇ, ਭਰਤਨਾਟਿਅਮ ਅਤੇ ਓਡੀਸੀ, ਠੀਕ ਹੈ। ਇਹ ਹੈਗੇ ਆ ਸੋਨਲ ਮਾਨ ਸਿੰਘ। ਤੇ ਭਰਤਨਾਟਿਅਮ ਤੁਹਾਨੂੰ ਪਤਾ ਹੈ ਤਮਿਲਨਾਡੂ ਹੈ, ਓਡੀਸੀ ਓਡੀਸ਼ਾ ਦੇ ਵਿੱਚ ਹੈ। ਤੇ ਸੋਨਲ ਮਾਨ ਸਿੰਘ ਬਾਰੇ ਨਾ ਇੱਕ ਗੱਲ ਯਾਦ ਰੱਖਿਓ, ਹਾਂ, ਪਦਮ ਵਿਭੂਸ਼ਣ ਇਹਨਾਂ ਨੂੰ ਮਿਲਿਆ ਹੋਇਆ ਤੇ ਫਸਟ ਡਾਂਸਰ ਸੀਗੀ ਇਹ, ਫਸਟ ਡਾਂਸਰ ਸੀ ਜਿਨ੍ਹਾਂ ਨੂੰ ਪਦਮ ਵਿਭੂਸ਼ਣ ਮਿਲਿਆ। ਫਸਟ ਡਾਂਸਰ, ਫਸਟ ਕਲਾਸੀਕਲ ਡਾਂਸਰ ਭਾਰਤ ਦੀ ਸਭ ਪਹਿਲੀ ਕਲਾਸੀਕਲ ਡਾਂਸਰ ਹੈ ਜਿਨ੍ਹਾਂ ਨੂੰ ਪਦਮ ਵਿਭੂਸ਼ਣ ਮਿਲਿਆ ਹੋਇਆ, ਠੀਕ ਹੈ। ਨੈਕਸਟ ਹੈ ਜੀ ਬੈਕਾਲ ਝੀਲ, ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ। ਪਰ ਯਾਦ ਰੱਖਣਾ ਹੈ ਉਹ ਕਿਸ ਅਨੁਸਾਰ ਹੈ? ਬਾਈ ਵੋਲਿਊਮ, ਪਾਣੀ ਅਨੁਸਾਰ, ਇਹ ਨਹੀਂ ਕਿ ਏਰੀਏ ਵਾਈਜ਼, ਸਮਝੋ ਗੱਲ। ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਏਰੀਏ ਵਾਈਜ਼ ਸੁਪੀਰੀਅਰ ਲੇਕ ਹੈ, ਜਿਹੜੀ ਕਿ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਹੈ। ਬਟ ਜੇ ਪਾਣੀ ਦੀ ਗੱਲ ਕਰਦੇ ਆ ਫਿਰ ਤੁਸੀਂ ਇਹਨੂੰ ਬੋਲ ਸਕਦੇ ਹੋ ਬੈਕਾਲ ਲੇਕ ਨੂੰ, ਠੀਕ ਹੈ। ਅਤੇ ਇਹ 1620 ਮੀਟਰ ਡੂੰਘੀ ਹੈ, 1620 ਮੀਟਰ ਮਤਲਬ 5000 ਅਪਰੋਕਸ ਫੁੱਟ ਇਹਦਾ ਹੋ ਗਿਆ, ਇੰਨੀ ਡੂੰਘੀ ਹੈ। ਤੇ ਇਹ ਕਿਹੜੇ ਦੇਸ਼ ਦੇ ਵਿੱਚ ਹੈ? ਸਭ ਤੋਂ ਬਿਲਕੁਲ ਬੇਸਿਕ ਕੁਐਸਚਨ ਹੈ, ਨੈਣ ਵਾਲਾ ਕੁਐਸਚਨ ਹੈ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਬੈਕਾਲ ਲੇਕ ਕਿੱਥੇ ਹੈ? ਰਸ਼ੀਆ ਦੇ ਵਿੱਚ ਹੈ। ਬੈਕਾਲ ਲੇਕ ਕਿੱਥੇ? ਰਸ਼ੀਆ ਦੇ ਵਿੱਚ ਹੈ। ਇਹ ਦੁਨੀਆ ਦੀ ਸਭ ਤੋਂ ਡੂੰਘੀ ਲੇਕ ਹੈ, ਉਹ ਤਾਂ ਯਾਦ ਰੱਖਣਾ ਹੀ ਰੱਖਣਾ ਹੈ। ਇਸ ਤੋਂ ਇਲਾਵਾ ਇਹ ਵੋਲਿਊਮ ਵਾਈਜ਼, ਠੀਕ ਹੈ ਨਾ, ਵੋਲਿਊਮ ਵਾਈਜ਼ ਦੁਨੀਆ ਦੀ ਸਭ ਤੋਂ ਵੱਡੀ ਫਰੈਸ਼ ਵਾਟਰ ਲੇਕ ਹੈ, ਤਾਜ਼ੇ ਪਾਣੀ ਯਾਨੀ ਮਿੱਠੇ ਪਾਣੀ ਦੀ ਝੀਲ ਹੈ। ਫਰੈਸ਼ ਵਾਟਰ ਇਹਦੇ ਚ ਆਉਂਦਾ ਹੈ। ਹੁਣ ਲੇਕਸ ਬਾਰੇ ਕੁਝ ਕੁਐਸਚਨ ਹੈ ਜਿਹੜੇ ਉਹ ਦੇਖਣੇ ਆਪਾਂ ਨੇ। ਦੁਨੀਆ ਦੀ ਸਭ ਤੋਂ ਵੱਡੀ ਲੇਕ ਕਿਹੜੀ ਹੈ? ਤਾਂ ਉਹ ਹੈਗਾ ਹੈ ਜੀ ਕੈਸਪੀਅਨ ਸਾਗਰ, ਏਸ਼ੀਆ ਦੇ ਵਿੱਚ ਹੈ। 5 ਦੇਸ਼ਾਂ ਦਾ ਇਹਨੂੰ ਬਾਰਡਰ ਲੱਗਦਾ ਹੈ, ਕਿਸੇ ਇਕੱਲੇ ਦੇਸ਼ ਦੇ ਵਿੱਚ ਹੈਗਾ ਨਹੀਂ। ਸਭ ਤੋਂ ਵੱਡੀ ਸਾਲਟੀ ਵਾਟਰ ਲੇਕ ਉਹੀ ਕੈਸਪੀਅਨ ਸਾਗਰ ਹੈ, ਠੀਕ ਹੈ ਜੀ, ਕੈਸਪੀਅਨ ਸਾਗਰ, ਕਿਉਂਕਿ ਇਹਦਾ ਪਾਣੀ ਜਿਹੜਾ ਹੈਗਾ ਫਰੈਸ਼ ਨਹੀਂ ਹੈਗਾ। ਫਿਰ ਸਭ ਤੋਂ ਵੱਡੀ ਫਰੈਸ਼ ਵਾਟਰ ਲੇਕ ਕਿਹੜੀ ਹੈ? ਉਹ ਸੁਪੀਰੀਅਰ ਲੇਕ ਹੈ, USA ਕੈਨੇਡਾ ਦੇ ਬਾਰਡਰ ਤੇ ਹੈ। ਫਰੈਸ਼ ਵਾਟਰ ਲੇਕ ਹੈ ਏਰੀਏ ਵਾਈਜ਼ ਹੋਗੀ, ਫਿਰ ਇਹ ਵੋਲਿਊਮ ਵਾਈਜ਼ ਨਹੀਂ ਹੋਗੀ, ਠੀਕ ਹੈ ਨਾ। ਲਾਰਜੈਸਟ ਮੈਨ ਮੇਡ ਲੇਕ, ਇਹ ਸਾਰੀ ਸੀਗੀ ਬਈ ਨੈਚੁਰਲ, ਇਹ ਮੈਨ ਮੇਡ ਲੇਕ ਦੀ ਮੈਂ ਗੱਲ ਕਰ ਰਿਹਾ, ਮਾਨਵ ਦੁਆਰਾ ਬਣਾਈ ਤਾਂ ਉਹ ਹੈਗੀ ਆ ਲੇਕ ਵੋਲਟਾ ਘਾਨਾ, ਅਫਰੀਕਾ ਦੇ ਵਿੱਚ। ਲੌਂਗੈਸਟ ਲੇਕ, ਸਭ ਤੋਂ ਲੰਬੀ ਲੇਕ, ਉਹ ਹੈਗੀ ਆ ਟੰਗਾਨੀਕਾ ਲੇਕ, ਅਫਰੀਕਾ ਦੇ ਵਿੱਚ। ਡੀਪੈਸਟ ਲੇਕ, ਸਭ ਤੋਂ ਡੂੰਘੀ, ਬੈਕਾਲ ਲੇਕ ਰੂਸ ਦੇ ਵਿੱਚ ਹੈ। ਹਾਈਐਸਟ ਲੇਕ ਆਫ ਦਾ ਵਰਲਡ, ਕੈਜ਼ਿਨ ਸਾਰਾ ਲੇਕ ਨੇਪਾਲ ਦੇ ਵਿੱਚ ਹੈ। ਹਾਈਐਸਟ ਮਤਲਬ ਸਭ ਤੋਂ ਜ਼ਿਆਦਾ ਉਚਾਈ ਤੇ ਉੱਤੇ ਸਥਿਤ ਹੈਗੀ ਹੈ। ਮੰਨ ਲਓ ਇੱਕ ਲੇਕ ਆਪਣੀ ਚੰਡੀਗੜ੍ਹ ਦੇ ਵਿੱਚ ਹੋਗੀ ਸੁਖਨਾ ਲੇਕ, ਇੱਕ ਕੋਈ ਉੱਪਰ ਉਹ ਪਹਾੜਾਂ 'ਚ ਜਾ ਕੇ ਹੋਗੀ, ਤਾਂ ਉਚਾਈ ਤੇ ਕਿਹੜੀ ਹੈ? ਉਹ ਪਹਾੜਾਂ ਵਾਲੀ ਹੋਗੀ ਨਾ। ਇਦਾਂ ਕਰਕੇ ਪੂਰੀ ਦੁਨੀਆ ਦੀ ਸਭ ਤੋਂ ਹਾਈਐਸਟ ਲੇਕ ਕਿਹੜੀ ਹੈ? ਕੈਜ਼ਨ ਸਾਰਾ ਲੇਕ ਹੈ, ਨੇਪਾਲ ਦੇ ਵਿੱਚ। ਨੈਕਸਟ ਹੈ ਜੀ ਇੰਡੀਅਨ ਇੰਸਟੀਚਿਊਟ ਆਫ ਸਕਾਈਇੰਗ ਐਂਡ ਮਾਊਂਟੇਨਰਿੰਗ ਕਿੱਥੇ ਹੈ? ਨੋਰਮਲ ਜੀ ਗੱਲ ਹੈ, ਮਾਊਂਟੇਨਸ ਦੇ ਵਿੱਚ ਹੀ ਹੋਏਗਾ। ਇਹ ਹੈਗਾ ਜੀ ਗੁਲਮਰਗ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੈ। ਤੇ ਇੱਥੇ ਗੁਲਮਰਗ ਦੇ ਵਿੱਚ ਇੱਕ ਹੋਰ ਹੈਗਾ ਆ, ਇੱਕ ਲੈਬ ਹੈਗੀ ਆ ਹਾਈ ਐਲਟੀਟਿਊਡ ਰਿਸਰਚ ਲੈਬ,
ਉਹ ਵੀ ਲਿਖ ਲਓ, ਉਹ ਵੀ ਕੁਐਸਚਨ ਆ ਜਾਂਦਾ ਹੈ। ਹਾਈ ਐਲਟੀਟਿਊਡ ਰਿਸਰਚ ਲੈਬ, ਠੀਕ ਹੈ ਨਾ, ਹਾਈ ਐਲਟੀਟਿਊਡ ਰਿਸਰਚ ਲੈਬ, ਇਹ ਵੀ ਗੁਲਮਰਗ ਦੇ ਵਿੱਚ ਹੈ। ਤਾਂ ਇਹ ਅੱਜ ਦੇ 30 ਕੁਐਸਚਨ ਹੋ ਗਏ, ਬਾਕੀ ਟਾਈਮ ਜ਼ਿਆਦਾ ਹੋ ਗਿਆ ਹੁਣ, ਠੀਕ ਹੈ। ਤਾਂ ਆਫਲਾਈਨ ਸਟੂਡੈਂਟਸ ਆਏ ਬੈਠੇ ਆ, ਤੇ ਬਈ ਇਹ ਆਪਣੇ ਕੋਰਸਿਸ ਹੈਗੇ ਆ, ਐਪ ਡਾਊਨਲੋਡ ਕਰ ਲਿਓ ਫਟਾਫਟ, ਬਾਕੀ ਇਹ ਸਾਰੇ ਕੋਰਸਿਸ ਹੈਗੇ ਆ, ਦੇਖ ਲਿਓ, ਠੀਕ ਹੈ ਨਾ। ਓਕੇ ਬਾਏ, ਥੈਂਕ ਯੂ।